ਵਾਹਿਗੁਰੂ ਸਾਹਿਬ ਜੀਓ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ, ਪ੍ਰਭ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਛਤਰ ਚਬਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੀ ਹੋ ਜੋ ਕਿ ਗਰੀਬ ਨਵਾਜ਼ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚ ਕੇ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਸ੍ਰੀ ਸੁਖਮਣੀ ਸਾਹਿਬ ਬਾਣੀ ਦੇ ਵਿੱਚ ਅੱਜ ਦੀ ਵਿਚਾਰ ਪਹਿਲੀ ਅਸ਼ਟਪਦੀ ਦਾ ਅਖੀਰਲਾ ਅੱਧ, ਪੰਜਵਾਂ, ਛੇਵਾਂ, ਸੱਤਵਾਂ ਔਰ ਅੱਠਵਾਂ ਪਦਾ, ਇਹ ਚਾਰ ਪਦੇ ਆਪਾਂ ਵਿਚਾਰਾਂਗੇ। ਪਰ ਆਰੰਭ ਵਿੱਚ ਕੇਵਲ ਇੱਕ ਪਦੇ ਦਾ ਪਾਠ ਹੀ ਕੀਤਾ ਜਾਏਗਾ, ਕਿਉਂਕਿ ਸਮੇਂ ਨੂੰ ਮੁੱਖ ਰੱਖਦਿਆਂ ਵਿਚਾਰ ਨੂੰ ਤਰਜੀਹ ਦੇਣ ਵਾਸਤੇ ਹਰ ਰੋਜ਼ ਭਾਵੇਂ ਵਿਚਾਰ ਚਾਰ ਪਦਿਆਂ ਦੀ ਹੋਵੇ ਕਰੇਗੀ, ਪਰ ਮੂਲ ਜੋ ਪਾਠ ਹੈ ਕੇਵਲ ਇੱਕ ਸ਼ਬਦ ਦਾ ਕਰਕੇ ਆਪਾਂ ਵਿਚਾਰ ਆਰੰਭਾਂਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਸ ਬਾਣੀ ਵਿੱਚ ਸਿਮਰਨ ਦੇ ਦੁਆਰਾ ਰੱਬ ਨਾਲ ਸਨੇਹ ਕੀਤਿਆਂ, ਪਿਆਰ ਕੀਤਿਆਂ, ਉਹਦਾ ਨਾਮ ਜਪਿਆਂ, ਜਿਨ੍ਹਾਂ ਨੇ ਉਹਦਾ ਸਿਮਰਨ ਕੀਤਾ ਹੈ, ਉਹਦੇ ਨਾਲ ਪ੍ਰੀਤ ਪਾਈ ਹੈ, ਉਹਨਾਂ ਨੂੰ ਕਿਹੜੀਆਂ ਦਾਤਾਂ ਮਿਲਦੀਆਂ ਨੇ, ਕਿਵੇਂ ਦਾ ਉਹਨਾਂ ਦੇ ਜੀਵਨ ਵਿੱਚ ਇੱਕ ਆਮ ਬੰਦੇ ਨਾਲੋਂ ਵਿਲੱਖਣਤਾ ਕੀ ਹੈ, ਕੀ ਦਾਤ ਮਿਲਦੀ ਹੈ। ਕਿਉਂਕਿ ਧਰਮੀ ਤੇ ਉਹ ਹੀ ਕਹੀਏ ਜਿਹਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਫਰਕ ਪੈ ਗਿਆ, ਸੋਚਣੀ ਵਿੱਚ, ਭਾਵਨਾ ਵਿੱਚ, ਸ਼ਬਦਾਂ ਵਿੱਚ, ਰਹਿਣ ਸਹਿਣ ਵਿੱਚ। ਜਿਸ ਧਰਮ ਨੂੰ ਕਮਾਇਆ ਬੰਦੇ ਨੂੰ ਫਰਕ ਨਹੀਂ ਪੈਂਦਾ, ਉਹ ਧਰਮ ਸਹਿਜੇ ਸਹਿਜੇ ਇੱਕ ਰਵਾਇਤ ਬਣ ਕੇ ਜੜ ਹੋ ਜਾਂਦਾ ਹੈ। ਲੋਕ ਕਰੀ ਜਾਂਦੇ ਨੇ ਇੱਕ ਦੂਜੇ ਦੇ ਪਿੱਛੇ, ਜਿਹੜੀਆਂ ਗੱਲਾਂ ਅਧਰਮੀਆਂ ਵਿੱਚ ਉਹੀ ਧਰਮੀਆਂ ਵਿੱਚ ਰਹਿੰਦੀਆਂ ਨੇ, ਉਹੀ ਬੋਲ ਚਾਲ, ਉਹੀ ਬਹਿਣ ਖਲੋਣ, ਉਹੀ ਰੀਤੀ ਰਿਵਾਜ, ਸਾਰਾ ਕੁਝ ਉਸੇ ਤਰ੍ਹਾਂ ਚੱਲੀ ਜਾਂਦਾ ਹੈ। ਤੇ ਇਸ ਤਰ੍ਹਾਂ ਫਿਰ ਲੋਕ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕੇਵਲ ਨਾਮੀ ਤੌਰ ਤੇ ਹੀ ਧਰਮੀ ਰਹਿੰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ
ਅਕਾਲ ਪੁਰਖ ਦਾ ਨਾਮ ਜਪਣ ਵਾਲਿਆਂ ਦੇ ਜੀਵਨ ਵਿੱਚ ਵਾਪਰੀਆਂ ਬਰਕਤਾਂ ਦਾ ਵਰਣਨ ਅੱਜ ਕੀਤਾ ਹੈ। ਇੱਕ ਇੱਕ ਗੁਣ ਨੂੰ ਆਪਾਂ ਵਿਚਾਰਾਂਗੇ। ਜਿਨ੍ਹਾਂ ਨੇ ਰੱਬ ਨਾਲ ਪ੍ਰੀਤ ਪਾਈ, ਇੱਕ ਧਨ ਉਹਨਾਂ ਨੂੰ ਮਿਲਿਆ। ਸਭ ਤੋਂ ਪਹਿਲੀ ਪੰਕਤੀ ਸੇ ਧਨਵੰਤੇ। ਕਿਤੇ ਕਹਿੰਦੇ ਨੇ ਉਹ ਧਨਵਾਨ ਹੋ ਗਏ, ਅੱਗੇ ਕਹਿੰਦੇ ਨੇ ਇੱਜ਼ਤਦਾਰ ਹੋ ਗਏ, ਫਿਰ ਕਿਹਾ ਉਹ ਪ੍ਰਵਾਨ ਹੋ ਗਏ, ਫਿਰ ਉਹ ਪ੍ਰਧਾਨ ਬਣ ਗਏ। ਬੇਪਰਵਾਹ ਬੇਮੁਹਤਾਜੇ। ਇੱਕ ਉਹਨਾਂ ਦੀ ਜ਼ਿੰਦਗੀ ਵਿੱਚ ਬੇਪਰਵਾਹੀ ਦਾ ਆਲਮ ਦਿਨ ਰਾਤ ਛਾਇਆ ਰਹਿੰਦਾ ਹੈ। ਸਾਰਿਆਂ ਦੇ ਰਾਜਿਆਂ ਵਾਂਗ ਰੱਜੇ ਹੋਏ ਬੇਪਰਵਾਹ ਸੁੱਖ ਉਹਨਾਂ ਦੀ ਜ਼ਿੰਦਗੀ ਵਿੱਚੋਂ ਫੁੱਟ ਕੇ ਬਾਹਰ ਨੂੰ ਆਉਂਦਾ ਹੈ। ਸਦਾ ਅਬਿਨਾਸ਼ੀ ਹੋ ਜਾਂਦੇ ਨੇ, ਉਹਨਾਂ ਦੀ ਮੌਤ ਨਹੀਂ ਆਉਂਦੀ, ਪਰ ਇਹ ਸਿਮਰਨ ਦੀ ਦਾਤ ਉਹਨਾਂ ਨੂੰ ਮਿਲਦੀ ਜਿਨ੍ਹਾਂ ਤੇ ਰੱਬ ਆਪ ਦਇਆ ਕਰਦਾ ਹੈ। ਸਭ ਤੋਂ ਪਹਿਲਾ ਸ਼ਬਦ ਵਿਚਾਰੀਏ, ਪ੍ਰਭ ਕੋ ਸਿਮਰਹਿ ਸੇ ਧਨਵੰਤੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਦੋ ਤਰ੍ਹਾਂ ਦੇ ਧਨ ਦਾ ਵਰਣਨ ਕੀਤਾ ਹੈ। ਇੱਕ ਧਨ ਸਾਨੂੰ ਸੰਸਾਰਿਕ ਤੌਰ ਤੇ ਬਾਪ ਦਾਦੇ ਦੀ ਜਾਇਦਾਦ ਵਿੱਚੋਂ ਮਿਲਦਾ ਹੈ। ਜਿੱਥੇ ਮਨੁੱਖ ਜਨਮ ਲੈਂਦਾ ਹੈ, ਉਹਦਾ ਜੋ ਪਰਿਵਾਰ ਹੈ, ਉਹਦਾ ਪਿਤਾ ਪੁਰਖ ਹੀ ਧੰਦਾ ਹੈ। ਉਸ ਧੰਦੇ ਵਿੱਚ ਜੋ ਜਾਇਦਾਦ ਹੁੰਦੀ ਹੈ, ਉਸ ਦੇ ਨਾਮ ਲੱਗਦੀ ਹੈ, ਉਸ ਨੂੰ ਆਪਣੀ ਸਮਝਦਾ ਹੈ, ਉਹਦੇ ਤੇ ਕੰਮ ਕਰਦਾ ਤੇ ਵਧਾਉਂਦਾ ਹੈ। ਸੰਸਾਰਿਕ ਤੌਰ ਤੇ ਮਾਇਕ ਮਾਇਆ ਨੂੰ ਵਧਾਉਂਦਾ ਹੈ। ਪਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਇਹਦੇ ਨਾਲ ਨਾਲ ਇੱਕ ਧਨ ਬੰਦੇ ਦੇ ਜੀਵਨ ਦੇ ਅੰਦਰ ਨਾਮ ਦਾ ਧਨ ਹੈ। ਜਿਸ ਨੂੰ ਇਹ ਧਨ ਮਿਲਿਆ, ਅਸਲ ਵਿੱਚ ਧਨਵਾਨ ਉਹੀ ਹੈ। ਨਿਸ਼ਚਿਤ ਹੀ ਮਨੁੱਖ ਦੇ ਸਰੀਰ ਵਿੱਚ, ਇਹਦੇ ਜੀਵਨ ਵਿੱਚ ਇੱਕ ਐਸੀ ਪੂੰਜੀ ਹੈ, ਐਸੀ ਰਾਸ਼ੀ ਹੈ, ਐਸਾ ਧਨ ਹੈ, ਐਸਾ ਖਜ਼ਾਨਾ ਹੈ ਕਿ ਜੇ ਮਨੁੱਖ ਉਹਦੀ ਖੋਜ ਕਰ ਲੈ ਤਾਂ ਉਹਦੀ ਕਈ ਜਨਮਾਂ ਦੀ ਗਰੀਬੀ ਖਤਮ ਹੋ ਜਾਂਦੀ। ਔਰ ਇਹ ਵੀ ਇੱਕ ਸੱਚ ਹੈ, ਸਾਰੇ ਲੋਕ ਇਸ ਸਰੀਰ ਦੇ ਵਿੱਚੋਂ ਨਾਮ ਦੇ ਧਨ ਦੀ ਖੋਜ ਨਹੀਂ ਕਰਦੇ। ਜਿਉਂ ਜਨਮ ਲਿਆ, ਅੱਖਾਂ ਬੰਦ ਕਰਕੇ ਪਦਾਰਥ ਦੇ ਦੁਆਲੇ ਚੱਕਰ ਕੱਟਦੇ ਰਹੇ। ਸੰਸਾਰਿਕ ਚਤੁਰਾਈਆਂ, ਚਲਾਕੀਆਂ, ਵਡਿਆਈਆਂ, ਸ਼ੋਹਰਤਾਂ ਔਰ ਵਿਕਾਰਾਂ ਦੀ ਇਸ ਦਲਦਲ ਦੇ ਵਿੱਚ ਜੀਵਨ ਗੁਜ਼ਰ ਗਿਆ। ਕਦੀ ਪਰਤ ਕੇ ਆਪਣੇ ਆਪ ਵੱਲ ਨਹੀਂ ਵੇਖਿਆ ਕਿ ਜਿਸ ਧਨ ਨੂੰ ਤੂੰ ਬਾਹਰੋਂ ਲੱਭਦਾ ਫਿਰਨਾ, ਉਹਦੇ ਤੋਂ ਕਈ ਕਰੋੜ ਗੁਣਾ ਅੰਦਰ ਇੱਕ ਧਨ ਦੱਬਿਆ ਪਿਆ। ਪਰ ਜਿੰਨਾ ਚਿਰ ਕੋਈ ਖੋਜਦਾ ਨਹੀਂ, ਸਰੀਰ ਇੱਕ ਇਸ ਤਰ੍ਹਾਂ ਦੀ ਵਸਤੂ ਹੈ, ਜੀਵਨ ਇੱਕ ਇਸ ਤਰ੍ਹਾਂ ਦੀ ਵਸਤੂ ਹੈ, ਇਹਦੇ ਵਿੱਚ ਸਭ ਕੁਝ ਹੈ। ਗੁਰੂ ਸਾਹਿਬ ਨੇ ਸਰੀਰ ਨੂੰ ਬਾਜ਼ਾਰ ਕਿਹਾ। ਬਾਜ਼ਾਰ ਵਿੱਚ ਸਭ ਕੁਝ ਮਿਲ ਜਾਂਦਾ ਹੈ। ਬਾਜ਼ਾਰ ਵਿੱਚ ਜਿੰਨੀਆਂ ਦੁਕਾਨਾਂ ਨੇ, ਉਹਨਾਂ ਦੁਕਾਨਾਂ ਤੇ ਹਜ਼ਾਰਾਂ ਤਰ੍ਹਾਂ ਦੀਆਂ ਵਸਤੂਆਂ ਨੇ, ਪਰ ਸਾਨੂੰ ਉਹ ਹੀ ਮਿਲੇਗੀ ਜਿਹੜੀ ਚੀਜ਼ ਨੂੰ ਖਰੀਦਣ ਵਾਸਤੇ ਜਾਵਾਂਗੇ। ਇਸੇ ਤਰ੍ਹਾਂ ਸਰੀਰ ਵੀ ਬਾਜ਼ਾਰ ਹੈ। ਇਹਦੇ ਵਿੱਚ ਜੋ ਖੋਜਾਂਗੇ ਉਹ ਹੀ ਮਿਲੇਗਾ। ਜਿਵੇਂ ਸਾਹਿਬ ਭਗਤਾਂ ਨੇ ਬਚਨ ਕਿਹਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਕੁਝ ਜੀਵਨ ਇਸ ਤਰ੍ਹਾਂ ਦਾ ਹੈ, ਜਿਹੜੀ ਚੀਜ਼ ਨੂੰ ਅਸੀਂ ਬਹੁਤਾ ਵਰਤਨੇ ਆ, ਖੋਜਨੇ ਆ, ਉਹ ਜ਼ਿੰਦਗੀ ਵਿੱਚ ਬਹੁਤਾਤ ਵਿੱਚ ਹੋ ਜਾਂਦੀ ਏ ਤੇ ਦੂਸਰੀਆਂ ਚੀਜ਼ਾਂ ਦੱਬੀਆਂ ਜਾਂਦੀਆਂ ਨੇ, ਉਹਨਾਂ ਤੇ ਪਰਦਾ ਪੈ ਜਾਂਦਾ ਹੈ। ਸ਼ੁਰੂ ਤੋਂ ਲੈ ਕੇ ਅਸੀਂ ਸੰਸਾਰਿਕ ਧਨ ਦੀ ਖੋਜ ਕਰਨੇ ਆ। ਸ਼ੁਰੂ ਤੋਂ ਲੈ ਕੇ ਬੰਦਾ ਵਾਸ਼ਨਾ ਦੀ ਖੋਜ ਕਰਦਾ ਹੈ, ਕ੍ਰੋਧ ਦੀ ਖੋਜ ਕਰਦਾ ਹੈ, ਮੋਹ ਦੀ ਖੋਜ ਕਰਦਾ ਹੈ, ਹੰਕਾਰ ਦੀ। ਇਸ ਕਰਕੇ ਉਹ ਚੀਜ਼ਾਂ ਬੰਦੇ ਦੇ ਜੀਵਨ ਨੂੰ ਢੱਕ ਲੈਂਦੀਆਂ ਨੇ ਤੇ ਜਿਹੜਾ ਅੰਦਰ, ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਮ ਦਾ ਧਨ ਹੈ, ਉਹਦੇ ਤੋਂ ਆਦਮੀ ਵਿਰਵਾ ਤੇ ਖਾਲੀ ਰਹਿ ਜਾਂਦਾ ਹੈ। ਸਤਿਗੁਰੂ ਨੇ ਇੱਕ ਬਚਨ ਕੀਤਾ, ਅੱਗੇ ਇਸੇ ਬਾਣੀ ਵਿੱਚ ਬਚਨ ਆਉਣਗੇ। ਇਸ ਧਰਤੀ ਦੇ ਉੱਤੇ ਕਿੰਨੇ ਧਨਵਾਨ ਬੰਦੇ ਸਨ ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਸੀ। ਇੱਥੋਂ ਤੱਕ ਵੀ ਮਿਲਦਾ ਹੈ। ਇੱਕ ਤੇ ਇਸ ਤਰ੍ਹਾਂ ਦੇ ਬਚਨ ਆਉਂਦੇ ਕਿ ਸਰੀਰ ਤਿਆਗ ਕੇ
ਜਦੋਂ ਕੋਈ ਮਨੁੱਖ ਇਸ ਧਰਤੀ ਨੂੰ ਛੱਡ ਕੇ ਜਾਂਦਾ ਹੈ ਤੇ ਇਥੋਂ ਦਾ ਧਨ ਉੱਥੇ ਨਾਲ ਕੰਮ ਨਹੀਂ ਕਰਦਾ, ਪਰ ਕਈ ਥਾਵਾਂ ਤੇ ਵੇਖਣ ਵਿੱਚ ਆਇਆ ਹੈ ਧਨ ਇੱਥੇ ਹੀ ਕੋਲ ਪਿਆ ਹੁੰਦਾ ਹੈ, ਪਰ ਮਨੁੱਖ ਉਸ ਧਨ ਦੇ ਹੁੰਦਿਆਂ ਉਹਦੀ ਵਰਤੋਂ ਨਹੀਂ ਕਰ ਸਕਦਾ। ਕਈ ਵਾਰੀ ਇਹ ਵੀ ਵਾਪਰਦਾ ਹੈ। ਪਰ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਸਵਈਆ ਆਪ ਜੀ ਨਾਲ ਸਾਂਝਾ ਕਰਦੇ ਹਾਂ, ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਵੱਡੇ ਵੱਡੇ ਲੋਕਾਂ ਦਾ ਵਰਣਨ ਕੀਤਾ ਜਿਹੜੇ ਬੜੇ ਧਨਵਾਨ ਸਨ, ਜਿਨ੍ਹਾਂ ਕੋਲ ਧਨ ਦੀ ਕੋਈ ਕਮੀ ਨਹੀਂ ਸੀ। ਸਾਹਿਬ ਕਹਿੰਦੇ ਨੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਜਿਨ੍ਹਾਂ ਕੋਲ ਬੜੇ ਸੋਹਣੇ ਹਾਥੀ ਘੋੜੇ ਸਵਾਰੇ ਹੋਏ ਸਾਰੇ ਸਾਧਨ ਸਨ। ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਬਾਰੇ, ਜਿਨ੍ਹਾਂ ਕੋਲ ਤੇਜ਼ ਦੌੜਨ ਵਾਲੇ ਘੋੜੇ ਵੀ ਸਨ। ਪੌਣ ਕੇ ਗੌਨ ਕੋ ਜਾਤ ਨਿਬਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸ਼ੀਸ਼ ਨਾ ਜਾਤ ਵਿਚਾਰੇ, ਇਤੇ ਭੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਅਖੀਰ ਨੂੰ ਪਾਣ ਵਾਸਤੇ ਉਹਨਾਂ ਨੂੰ ਇੱਕ ਜੁੱਤੀ ਵੀ ਨਸੀਬ ਨਹੀਂ ਹੋਈ, ਨੰਗੇ ਪੈਰੀ ਜਾਣਾ ਪਿਆ। ਪਰ ਦੂਸਰੇ ਪਾਸੇ ਨਾਮ ਦੇ ਵਪਾਰੀਆਂ ਦੀ ਚਰਚਾ ਆਉਂਦੀ, ਜਿਨ੍ਹਾਂ ਨੇ ਨਾਮ ਦਾ ਧਨ ਵਿਹਾਂਜਿਆ, ਉਹਨਾਂ ਦਾ ਵਰਣਨ ਆਉਂਦਾ ਹੈ। ਸਤਿਗੁਰੂ ਨੇ ਉਹਨਾਂ ਦਾ ਵਰਣਨ ਕੀਤਾ। ਸਾਹਿਬ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ। ਇਹਦੇ ਤੋਂ ਪਹਿਲਾਂ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਆਰੰਭ ਦੇ ਵਿੱਚ ਧਨ ਦੀ ਉਹਨਾਂ ਨੂੰ ਬਹੁਤ ਕਮੀ ਆਈ। ਜ਼ਰੂਰ ਕਿਸੇ ਨੇ ਕਿਹਾ ਹੈ ਤੁਸੀਂ ਗੁਰੂ ਤੇ ਬਣ ਬੈਠੇ, ਧਨ ਤੁਹਾਡੇ ਕੋਲ ਹੈ ਨਹੀਂ। ਸਤਿਗੁਰੂ ਨੇ ਇੱਕ ਸ਼ਬਦ ਉਚਾਰਿਆ, ਹਮ ਧਨਵੰਤ ਭਾਗਠ ਸੱਚ ਨਾਏ। ਅਸੀਂ ਧਨਵੰਤ ਹਾਂ, ਸਾਡੇ ਕੋਲ ਧਨ ਹੈ ਨਾਮ ਦਾ। ਹਮ ਧਨਵੰਤ ਭਾਗਠ, ਭਾਗਠ ਦਾ ਅਰਥ ਹੈ ਭਾਗਾਂ ਵਾਲੇ ਆ। ਆਮ ਤੌਰ ਤੇ ਤੁਸੀਂ ਵੇਖੋਗੇ ਬੰਦੇ ਕੋਲ 4 ਪੈਸੇ ਆ ਜਾਣ ਉਹਦੀ ਚਾਲ ਬਦਲ ਜਾਂਦੀ ਹੈ, 4 ਪੈਸੇ ਘਟ ਜਾਣ ਮੂੰਹ ਤੇ ਸਿਕਰੀ ਜੰਮ ਜਾਂਦੀ। ਮਾਇਆ ਨਾਲ ਮਨੁੱਖ ਤੁਰਦਾ। ਪਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਭਾਗਾਂ ਦਾ ਸੰਬੰਧ ਮਾਇਆ ਨਾਲ ਨਹੀਂ ਹੈ, ਕਿਸਮਤ ਦਾ ਸੰਬੰਧ ਮਾਇਆ ਨਾਲ ਨਹੀਂ। ਵੈਸੇ ਇਹ ਸ਼ਬਦ ਹੀ ਨੇ ਸਾਧ ਸੰਗਤ, ਬਹੁਤੇ ਅਸੀਂ ਪੜ੍ਹਨ ਵਾਲੇ, ਦੱਸਣ ਵਾਲੇ ਤੇ ਸੁਣਨ ਵਾਲੇ ਵੀ ਇਸ ਧਾਰਨਾ ਤੇ ਪੱਕੇ ਖੜੇ ਹਾਂ। ਅਸੀਂ ਵੀ ਕਹਿੰਦੇ ਹਾਂ ਵੀ ਜਿਹਦੀ ਜੇਬ ਵਿੱਚ 4 ਪੈਸੇ ਨੇ, ਇਹ ਮੁਹਾਵਰਾ ਸਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ ਵੀ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਅਸੀਂ ਵੀ ਮਾਇਆ ਦੇ ਸਿਰ ਤੇ ਖੜੇ ਹਾਂ। ਜੇ ਮਾਇਕ ਆਦਮੀ ਆਉਂਦਾ, ਧਨਵਾਨ ਬੰਦਾ ਆਵੇਗਾ, ਉਹਦਾ ਸਤਿਕਾਰ ਵੱਖਰਾ ਹੈ। ਜੇ ਕੰਗਾਲ ਆਦਮੀ ਆਉਂਦਾ, ਉਹਦੇ ਸਤਿਕਾਰ ਵਿੱਚ ਵੱਖਰਾਪਣ ਹੈ। ਫਰਕ ਪੈ ਗਿਆ ਬਹੁਤ ਜ਼ਿਆਦਾ। ਮਾਇਆ ਦਾ ਪ੍ਰਭਾਵ 1 ਤੋਂ ਲੈ ਕੇ 100% ਹਰ ਇੱਕ ਦੇ ਜੀਵਨ ਤੇ ਛਾਇਆ ਹੋਇਆ ਹੈ। ਪਰ ਇੱਧਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਨੇ ਆ ਤੇ ਸਾਹਿਬ ਉੱਥੇ ਬਚਨ ਕਹਿੰਦੇ, ਹਮ ਧਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ। ਇਸ ਅੰਦਰ ਦੇ ਖਜ਼ਾਨੇ ਦੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਲ ਕਰ ਰਹੇ ਨੇ। ਹੁਣ ਇਹ ਸਾਨੂੰ ਦਿਸਦਾ ਕਿਉਂ ਨਹੀਂ? ਮੈਂ ਬੇਨਤੀ ਕੀਤੀ ਸੀ, ਉਹ ਧਨ ਸਾਡੇ ਅੰਦਰ ਹੈ ਜਿਹਦੇ ਨਾਲ ਸਾਡੀ ਕੰਗਾਲਤਾ ਖਤਮ ਹੋ ਸਕਦੀ ਹੈ। ਦਿਸਦਾ ਕਿਉਂ ਨਹੀਂ? ਕਿਉਂਕਿ ਅਸੀਂ ਅੰਦਰੋਂ ਖੋਜਦੇ ਹੀ ਨਹੀਂ। ਧਰਮੀ ਬੰਦਾ ਵੀ ਅੰਦਰੋਂ ਨਹੀਂ ਖੋਜਦਾ। ਭਾਵੇਂ ਅਸੀਂ ਕਈ ਵਾਰੀ ਕਹਿੰਦੇ ਹਾਂ ਨੈਗੇਟਿਵ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਅਸੀਂ ਗੱਲਾਂ ਪੋਜ਼ਿਟਿਵ ਕਰੀ ਜਾਂਦੇ ਹਾਂ, ਅਸੀਂ ਕੰਮ ਨੈਗੇਟਿਵ ਕਰਨੇ। ਨਾ ਵਾਚਕ ਸਾਡੀ ਖੋਜ ਨਾਮ ਦੀ ਖੋਜ ਨਹੀਂ, ਗੁਰੂ ਕੀ ਬਾਣੀ ਦੀ ਖੋਜ ਨਹੀਂ, ਸਾਡੀ ਖੋਜ ਸੰਸਾਰ ਦੀ ਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਅੰਦਰੋਂ ਖੋਜ, ਬਾਹਰੋਂ ਤੇ ਸਾਰਾ ਸੰਸਾਰ ਹੀ ਖੋਜਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਹੋਰ ਬਚਨ ਕੀਤਾ। ਸਾਰੇ ਇਹ ਸ਼ਬਦ ਬੰਦੇ ਨੂੰ ਅੰਦਰ ਵੱਲ ਲੈ ਕੇ ਜਾਂਦੇ ਨੇ, ਕਿਉਂਕਿ ਜਿਸ ਥਾਂ ਤੇ ਆਪਾਂ ਬੈਠੇ ਹਾਂ ਬਾਹਰ ਮੁਖੀ ਹੋਣ ਵਾਸਤੇ ਤੇ ਬਾਹਰ ਸਾਧਨ ਬਹੁਤ ਨੇ, ਲੋੜ ਨਹੀਂ ਪੈਂਦੀ। ਜੇ ਕੁਝ ਵੇਖਣਾ ਸਿੱਖਣਾ ਤੇ ਬਾਹਰ ਲੋੜ ਥੋੜੀ ਪੈਣੀ ਸਿਖਾਉਣ ਵਾਸਤੇ।
पढ़ना सीखना उत्थों पढ़ सकने, सुनन की जाच उत्थों सीखी जा सकती। बाहर दे सारे साधन सारे तरीके बाहरों लभे जा सकते ने, पर जिस दरबार विच आपां हाज़र होए हां इत्थे इक्को चीज़ सिखाई जाती है, बंदा अंदर नूं किवें यात्रा शुरू करे, अपने आप वल किवें वेखे। ये सब तो औखा कारज है। गुरु अर्जन देव सच्चे पातशाह जी ने बचन किया, कहन लगे जो कुछ तेनू चाहिदा है, तेरी जिंदगी की जिहड़ी भी जरूरत है, बाहरों सिर्फ गुजारा हो सकता है, बाहर दा कुछ भी प्राप्त कर लें गुजारा चल जाएगा, तेरी जिंदगी का निशाना संपूर्ण नहीं होएगा। जे तू अपने आप नू तृप्ति देनी है, अपने आप नू खुशी की दात झोली विच पाउणी है, तां तू अपने अंदरों खोज कर। साहब ने बचन कीते, कहन लगे सब किछ घर में बाहर ना ही। घर दे अर्थ इत्थे साध संगत जी, इत्थे घर दे अर्थ इट्टां दा बनिया होया घर नहीं है, होर कोई भी घर नहीं। इत्थे घर दे अर्थ ने बंदे दा हिरदा, मनुख दा अंतਿਸ਼ਕਰਨ। जो कुछ भी तेनू चाहिदा, तृप्ति चाहिदी है, रजेवा चाहिदा, खुशी चाहिदी है, कामयाबी चाहिदी है। और इस नाम दे धन विच एक ये विलक्षणता है कि जे साडे कोल संसार दा धन आ जाए, वो कई बारी संसार दे विच भी नहीं चलदा, पर जिहदे कोल नाम दा धन आ जाए वो निरंकार दे घर विच भी चलदा है, ते वो संसार विच भी चल जांदा है नाम दे धन नाल। क्योंकि उहदे नाल संसार दे पदार्थ भी बंदा खिच सकदा। उहदे विच दोवें दाता ने। गुरु अर्जन देव सच्चे पातशाह जी कहंदे ने, सभे थोक प्राप्ते जे आवे एक हथ। तू ऐसी चीज़ की खोज कर जिहड़ी तैनू लोक ते परलोक दोवां विच सहायक हो सके। नाम एक ऐसी वस्तु है जिहड़ी इस संसार दे विच भी काम देंदी है, ते जिहड़ी इस संसार तो पार भी काम दे सकती है। साहब दे बचन मैं साझे कर रहा सी। सतगुरु गुरु अर्जन देव कहंदे ने, उस खजाने नूं लभण दी कोशिश कर। कित्थों मिलेगा? तेरे अंदरों मिलेगा, तेरे मन विच पिया, हिरदे विच पिया। सब किछ घर में। इस पंक्ति दे उत्ते थोड़ा चिर आपां रुकीए, क्योंकि असीं लभना की चाहुंदे हां? सब कुछ। एक आदमी नूं खड़ा करके वेखो, पुछो तेरी कोई जरूरत है? वो कहेगा जरूरत है। की जरूरत है? मैनू सब कुछ चाहिए। सब कुछ विच की आउंदा है? सब कुछ दे विच संसार दे सुख, संसार तो पारले सुख भी आउंदे ने। ते सतगुरु ने कहा, ये सारे दे सारे सुख सब कुछ जे तू चाहुंदा है ते अपने घर दे विच चला जा। एक घर शब्द बड़ी बारी गुरु ग्रंथ साहिब विच आया, और खास तौर ते तुसी वेखोगे कि जिथे कोई राग शुरू हुंदा, शब्द शुरू हुंदा, उत्थे जिथे लिखिया हुंदा भी गौड़ी जां आसा जां तिलंग जां सोरठ, उहदे अगे एक होर चीज़ लिखी होवेगी, घर पहला, घर दूजा, घर 12वां। बहुत लंबे घर लिखे। घर की है? और घर की व्याख्या गुरु ग्रंथ साहिब विच बहुत की गई। घर तो बिना बंदे नूं तृप्ति नहीं, ते सतगुरु गुरु ग्रंथ साहिब बंदे दे उस घर की व्याख्या करते हैं जिथे जाके उहदे कई जन्मां दी अंदरले दुखां दा नाश हो जाता। घर लभना असीं इत्थे आके। इस करके हर रोज़ गुरसिख पढ़दा दोवें टाइम, उहदे विच वचन आउंदे ने, सो दर तेरा केहा सो घर केहा। वो घर किवें दा है? जिथे बैठ के परमात्मा तेरी उड़ीक कर रहा है, तेनू मिलना चाहुंदा है, उस घर की खोज कर। इस करके घर विच जाण तो बिना सब कुछ प्राप्त नहीं। वो घर कित्थे है, उहदे बारे आपां थोड़ी जी विचार अज करांगे। घर की है? सतगुरु ने एक होर शब्द उचारिया, शब्द नूं आपां विचे रखने कि सब किछ घर में बाहर ना ही बाहर टोलै, सो भरम भुलाही गुर प्रसादी जिने अंतर पाया, सो अंतर बाहर सोहेला जियो। एक होर शब्द तुसी कई बारी कीर्तन विच सुनोगे, जिहदे विच साहिब गुरु अर्जन देव जी कहंदे ने, जिन्हों अंदरों सुख लभ्या बाहरों भी उन्होंने सुख मिलिया।
ਬਾਹਰ ਕਦੀ ਕਿਸੇ ਨੂੰ ਸਿੱਧਾ ਸੁੱਖ ਨਹੀਂ ਮਿਲਿਆ। ਸਤਿਗੁਰਾਂ ਦਾ ਬਚਨ ਹੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਘਰ ਦਾ ਇੱਥੇ ਅਰਥ ਫਿਰ ਮਨੁੱਖ ਦਾ ਹਿਰਦਾ, ਮਨੁੱਖ ਦਾ ਅੰਤਿਸ਼ਕਰਨ, ਉਹਦਾ ਮਨ। ਜਿਹਦੇ ਘਰ ਵਿੱਚ, ਜਿਹਦੇ ਮਨ ਵਿੱਚ ਸੁਖ ਵਸ ਗਿਆ, ਉਹਨੂੰ ਹੀ ਬਾਹਰ ਸੁਖ ਮਿਲਿਆ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਤੇ ਸੁਖ ਕਿੱਥੋਂ ਮਿਲਿਆ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਸਿੱਖ ਨੂੰ ਮੰਤਰ ਦ੍ਰਿੜ ਕਰਾ ਦਿੱਤਾ। ਤੇ ਮੈਂ ਪਹਿਲਾਂ ਇੱਕ ਦਿਨ ਬੇਨਤੀ ਕੀਤੀ ਸੀ, ਗੁਰਮੰਤਰ ਇੱਕ ਜਪਣ ਵਾਸਤੇ ਹੈ ਤੇ ਇੱਕ ਮੰਤਰ ਦੇ ਅਰਥ ਨੇ ਗੁਰੂ ਦੀ ਸਿੱਖਿਆ। ਮੰਤਰ ਦੇ ਦੋ ਭਾਗ ਨੇ। ਮੰਤਰ ਸ਼ਬਦ ਜਿੱਥੇ ਆਵੇਗਾ ਉਹਦੇ ਸੰਬੰਧ ਪਹਿਲਾਂ ਜਪਣ ਨਾਲ ਹੋਣਗੇ। ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਪਰ ਇਹਦੇ ਨਾਲ ਨਾਲ ਮੰਤਰ ਦੇ ਅਰਥ ਨੇ ਸਲਾਹ, ਗੁਰੂ ਦੀ ਸਿੱਖਿਆ, ਗੁਰੂ ਵੱਲੋਂ ਦਿੱਤੀ ਹੋਈ ਹਦਾਇਤ ਨੂੰ ਯਾਦ ਰੱਖਣਾ, ਗੁਰੂ ਵੱਲੋਂ ਦਿੱਤੇ ਹੋਏ ਹੁਕਮ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਲੈਣਾ। ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਗੁਰੂ ਕੀ ਸਿੱਖਿਆ ਨੂੰ ਦ੍ਰਿੜ ਕਰ ਲਿਆ, ਉਹਨਾਂ ਦੇ ਮਨ ਦੇ ਵਿੱਚ ਅੰਦਰ ਸੁਖ ਵਸ ਗਿਆ। ਤੇ ਜਦੋਂ ਅੰਦਰ ਸੁਖ ਵਸਿਆ ਤੇ ਬਾਹਰਲੇ ਪਾਸੇ ਸਾਰਾ ਸੁਖ ਹੀ ਸੁਖ ਪ੍ਰਤੀਤ ਹੋਣ ਲੱਗ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਸੀ। ਸਾਹਿਬ ਕਹਿੰਦੇ ਨੇ ਕਿ ਅੰਦਰੋਂ ਲੱਭ, ਅੰਦਰੋਂ ਖੋਜ ਕਰ, ਬਾਹਰ ਸੁਖ ਦੀ ਪ੍ਰਾਪਤੀ ਤੈਨੂੰ ਨਹੀਂ ਹੋਏਗੀ। ਸਤਿਗੁਰਾਂ ਦਾ ਉਹ ਸ਼ਬਦ ਫਿਰ ਆਪਾਂ ਆਧਾਰ ਬਣਾਈਏ। ਸਾਹਿਬ ਕਹਿੰਦੇ ਸਭ ਕੁਛ ਘਰ ਮੈਂ, ਜੇ ਤੈਨੂੰ ਸਭ ਕੁਝ ਚਾਹੀਦਾ ਤੇ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ। ਘਰ ਦਾ ਅਰਥ ਹੈ ਤੇਰਾ ਆਪਣਾ ਆਪ। ਹੁਣ ਇੱਥੇ ਧਿਆਨ ਦੇਣਾ, ਇਸ ਘਰ ਦੇ ਵਿੱਚ ਪ੍ਰਵੇਸ਼ ਕਾਹਦੇ ਨਾਲ ਕਰਾਂਗੇ? ਕਿਉਂਕਿ ਇਸ ਘਰ ਵਿੱਚ ਸਰੀਰ ਨੇ ਜਾਣਾ ਨਹੀਂ। ਇਸ ਘਰ ਦੇ ਵਿੱਚ ਉਹ ਪ੍ਰਵੇਸ਼ ਕੀਤੇ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਜੁੜਨਾ ਸ਼ੁਰੂ ਕਰ ਦਿੱਤਾ। ਉਹ ਇਸ ਘਰ ਵਿੱਚ ਪ੍ਰਵੇਸ਼ ਕਰ ਗਏ। ਅੰਦਰ ਉਹਨਾਂ ਦਾ ਦਰਵਾਜ਼ਾ ਖੁੱਲ੍ਹ ਗਿਆ, ਅੰਦਰ ਉਹਨਾਂ ਨੂੰ ਰਾਹ ਮਿਲ ਗਿਆ। ਇਸ ਕਰਕੇ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ। ਟੋਲੇ ਦਾ ਅਰਥ ਹੈ ਟੋਲਣਾ, ਖੋਜ ਕਰਨੀ, ਲੱਭਣਾ। ਜਿਹੜੇ ਲੋਕ ਧਾਰਮਿਕ ਹੋ ਕੇ ਵੀ ਪਰਮਾਤਮਾ ਦੀ ਖੋਜ ਬਾਹਰੋਂ ਕਰ ਰਹੇ ਨੇ, ਸਾਹਿਬ ਨੇ ਕਿਹਾ ਭਰਮ ਤੋਂ ਬਿਨਾਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਏਗਾ। ਬਾਹਰੋਂ ਉਹਨੇ ਕਦੇ ਮਿਲਣਾ ਨਹੀਂ। ਮਨੁੱਖ ਭਰਮਦਾ ਰਹੇਗਾ, ਫਿਰਦਾ ਰਹੇਗਾ, ਤੁਰਦਾ ਰਹੇਗਾ, ਥੱਕ ਜਾਏਗਾ ਤੇ ਥੱਕ ਕੇ ਬੈਠ ਜਾਏਗਾ, ਉਹਨੂੰ ਮਿਲੇਗਾ ਕੁਝ ਨਹੀਂ। ਇਸ ਲਈ ਸਾਹਿਬ ਕਹਿੰਦੇ ਬਾਹਰ ਟੋਲੇ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨ੍ਹੀ ਅੰਤਰ ਪਾਇਆ। ਹੁਣ ਇੱਥੇ ਅੰਦਰ ਜਾਣ ਲਈ ਵਿੱਚ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ। ਗੁਰੂ ਵਿੱਚ ਆਉਂਦਾ ਹੈ ਜਿਹੜਾ ਮਨੁੱਖ ਨੂੰ ਆਪਣਾ ਆਪ ਦਿਖਾ ਦੇ, ਆਪਣੇ ਆਪ ਦੇ ਦਰਸ਼ਨ ਕਰਾ ਦੇ। ਜਿੰਨਾ ਚਿਰ ਗੁਰੂ ਵਿੱਚ ਨਹੀਂ, ਮਨੁੱਖ ਆਪਣੇ ਅੰਤਿਸ਼ਕਰਨ ਵਿੱਚ ਨਹੀਂ ਜਾ ਸਕਦਾ, ਆਪਣੇ ਆਪ ਨੂੰ ਨਹੀਂ ਵੇਖ ਸਕਦਾ। ਤੇ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਵੇਖ ਸਕਦਾ, ਉਹਨਾਂ ਚਿਰ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਉਹ ਖਜ਼ਾਨਾ ਅੰਦਰ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਪ੍ਰਸਾਦੀ ਜਿਨ੍ਹੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰ ਵੀ ਸੁਹੇਲਾ ਤੇ ਉਹ ਬਾਹਰ ਸੰਸਾਰ ਵਿੱਚ ਵਿਚਰਨ ਵਾਸਤੇ ਵੀ ਸੁਹੇਲਾ ਹੋ ਗਿਆ। ਨਾਮ ਧਨ ਦੀ ਉਹਨੂੰ ਪ੍ਰਾਪਤੀ ਹੋ ਗਈ। ਉਹਨੇ ਨਾਮ ਦਾ ਧਨ ਪ੍ਰਾਪਤ ਕਰਕੇ ਇੱਕ ਐਸੀ ਖੁਸ਼ੀ ਨੂੰ ਲੱਭ ਲਿਆ ਜਿਹਦੀ ਕਦੀ ਸਮਾਪਤੀ ਨਹੀਂ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੀ ਅਸ਼ਟਪਦੀ ਦੇ 5ਵੇਂ ਪਦੇ ਵਿੱਚ ਆਰੰਭ ਵਿੱਚ ਬਚਨ ਕਰ ਰਹੇ ਨੇ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਰਹਿੰਦੇ ਹਨ, ਨਾਮ ਜਪਦੇ ਰਹਿੰਦੇ ਹਨ, ਨਾਮ ਦਾ ਅਭਿਆਸ ਕਰਦੇ ਰਹਿੰਦੇ ਨੇ, ਬਾਣੀ ਦਾ ਅਭਿਆਸ ਕਰਦੇ ਰਹਿੰਦੇ ਨੇ, ਉਹਨਾਂ ਦੇ ਅੰਦਰ ਇੱਕ ਨਾਮ ਦਾ ਖਜ਼ਾਨਾ ਇਕੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ, ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਸਹਿਜੇ ਸਹਿਜੇ ਸ਼ਾਹ ਬਣ ਜਾਂਦੇ ਨੇ, ਉਹ ਵਪਾਰੀ ਬਣ ਜਾਂਦੇ ਨੇ ਨਾਮ ਦੇ। ਔਰ ਇਹਨਾਂ ਨਾਮ ਦਾ ਧਨ ਉਹਨਾਂ ਕੋਲ ਇਕੱਠਾ ਹੋ ਜਾਂਦਾ ਹੈ ਕਿ ਫਿਰ ਉਹਨਾਂ ਵਿੱਚ ਇਹ ਵੀ ਸਮਰੱਥਾ ਆ ਜਾਂਦੀ ਹੈ, ਜਿਹੜਾ ਉਹਨਾਂ ਦੇ ਕੋਲ ਵਿਚਰਦਾ ਹੈ
ਉਹਨੂੰ ਵੀ ਉਹ ਨਾਮ ਦਾ ਧਨ ਮਿਲਣਾ ਸ਼ੁਰੂ ਹੋ ਜਾਂਦਾ, ਕਿਉਂਕਿ ਇਹ ਕੁਦਰਤੀ ਹੈ। ਵੈਸੇ ਗੁਰਮਤਿ ਵਿੱਚ ਨਾਮ ਦਾ ਦਾਤਾ ਗੁਰੂ ਹੀ ਹੈ, ਪਰ ਸਾਧ ਸੰਗਤ ਇੱਕ ਗੱਲ ਪੱਕੀ ਹੈ, ਜਿਹੜੀ ਚੀਜ਼ ਬੰਦੇ ਦੇ ਮਨ ਵਿੱਚ ਹੋਵੇਗੀ ਨਾ, ਉਹਨੂੰ ਵੰਡਣੀ ਨਹੀਂ ਪੈਂਦੀ। ਉਹ ਜਿੱਥੇ ਬੈਠੇਗਾ ਆਪਣੇ ਆਪ ਵੰਡੀ ਜਾਏਗੀ। ਸਾਡੇ ਕੋਲ ਜੋ ਕੁਝ ਜਿਵੇਂ ਦੀ ਅਸੀਂ ਜਿਵੇਂ ਦੇ ਕਰਮ ਕਰਨੇ ਆ, ਜਿਵੇਂ ਦਾ ਸੋਚਨੇ ਆ, ਹੁਣ ਤੇ ਇਹਦੇ ਉੱਤੇ ਬੜੀ ਖੋਜ ਹੋ ਚੁੱਕੀ ਹੈ ਕਿ ਜਿਸ ਥਾਂ ਤੇ ਬੰਦਾ ਲਗਾਤਾਰ ਰਹਿੰਦਾ ਹੈ, ਜਿਸ ਕਮਰੇ ਵਿੱਚ ਲਗਾਤਾਰ ਰਹਿੰਦਾ ਹੈ, ਜੇ ਉਹਦੀ ਸੋਚ ਦੇ ਵਿੱਚ ਨੁਕਸ ਹੈ, ਉਹ ਗਲਤ ਸੋਚਦਾ ਹੈ, ਤੇ ਉਹਦੀ ਸੋਚ ਦੇ ਰਾਹੀਂ ਉਹਦੇ ਸਰੀਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਤਰੰਗਾਂ ਉਸ ਕਮਰੇ ਵਿੱਚ ਫੈਲ ਜਾਂਦੀਆਂ ਨੇ, ਉਸ ਮਕਾਨ ਵਿੱਚ, ਬਈ ਉਹਨੂੰ ਪਰਤ ਕੇ ਫਿਰ ਉਹ ਗਲਤ ਸੋਚਣਾ ਨਹੀਂ ਪੈਂਦਾ। ਉਸ ਕਮਰੇ ਵਿੱਚ ਉਹ ਸੋਚ ਇੰਨੀ ਵੱਧ ਜਾਂਦੀ ਏ ਕਿ ਉੱਥੇ ਪੋਜ਼ਿਟਿਵ ਸੋਚਣਾ ਹੀ ਮੁਸ਼ਕਲ ਹੋ ਜਾਂਦਾ। ਬਾਹਰੋਂ ਆਦਮੀ ਆਵੇਗਾ, ਆਪਾਂ ਕਈ ਘਰਾਂ ਵਿੱਚ ਜਾਂਦੇ ਹਾਂ, ਕਈ ਵਿਅਕਤੀਆਂ ਨੂੰ ਮਿਲਨੇ ਆ, ਕਈ ਘਰ ਐਸੇ ਨੇ, ਕਈ ਮਕਾਨ ਐਸੇ ਨੇ, ਅੰਦਰ ਪ੍ਰਵੇਸ਼ ਕਰਦਿਆਂ ਸਾਰ ਉੱਥੇ ਮਨ ਟਿਕਣ ਲੱਗ ਪਏਗਾ, ਇਕਾਗਰ ਹੋਣ ਲੱਗ ਪਏਗਾ। ਕਈ ਥਾਂ ਇਸ ਤਰ੍ਹਾਂ ਦੇ ਹੋਣਗੇ, ਉੱਥੇ ਜਾ ਕੇ ਇੰਜ ਕਰੇਗਾ ਵੀ ਜਲਦੀ ਤੋਂ ਜਲਦੀ ਇੱਥੋਂ ਉੱਠ ਕੇ ਬਾਹਰ ਚਲੇ ਜਾਏ। ਕਿਉਂ? ਉਹ ਜਿਹੜੀ ਸਪੇਸ ਹੈ ਉਹ ਖਾਲੀ ਨਹੀਂ। ਜਿੱਦਣ ਸਾਨੂੰ ਇਸ ਵਿਗਿਆਨ ਦੀ ਸਮਝ ਆ ਗਈ, ਕਈ ਚੀਜ਼ਾਂ ਤੇ ਅਸੀਂ ਕੰਟਰੋਲ ਕਰ ਸਕਾਂਗੇ। ਜਿਵੇਂ ਦਾ ਅਸੀਂ ਸੋਚਨੇ ਆ ਔਰ ਜਿਵੇਂ ਦਾ ਅਸੀਂ ਬੋਲਦੇ ਆ, ਇਹਨਾਂ ਦੋ ਚੀਜ਼ਾਂ ਨਾਲ ਜਿੱਥੇ ਅਸੀਂ ਰਹਿੰਦੇ ਆ, ਉਸ ਘਰ ਦਾ ਸਪੇਸ, ਖਾਲੀ ਥਾਂ, ਉਸ ਤਰ੍ਹਾਂ ਦੀ એનર્ਜੀ ਦੇ ਨਾਲ ਭਰਿਆ ਜਾਂਦਾ ਹੈ, ਤੇ ਫਿਰ ਉਹ એનર્ਜੀ ਸਹਿਜੇ ਸਹਿਜੇ ਰੂਪ ਧਾਰਨ ਕਰ ਜਾਂਦੀ ਹੈ। ਜਿਹੜੇ ਮਨੁੱਖ ਕਹਿੰਦੇ ਸਾਨੂੰ ਸੁਪਨੇ ਬੜੇ ਨੈਗੇਟਿਵ ਆਉਂਦੇ ਨੇ, ਪਤਾ ਹੀ ਨਹੀਂ ਲੱਗਦਾ ਕਿੱਥੋਂ ਆ ਜਾਂਦੇ, ਕਿੱਥੋਂ ਨਹੀਂ ਆਉਂਦੇ। ਉਹ ਸੁਪਨੇ ਅਸੀਂ ਅੰਦਰੋਂ ਹੀ ਬਾਹਰ ਨੂੰ ਫੈਲਾਏ ਨੇ, ਬਾਹਰ ਕੱਢੇ ਨੇ। ਸਹਿਜੇ ਸਹਿਜੇ ਅਸੀਂ ਬੀਜ ਪਾਏ ਨੇ ਉਸ ਖਾਲੀ ਥਾਂ ਦੇ ਵਿੱਚ, ਫਿਰ ਉਹ ਫੁਰਨੇ ਉੱਗਣ ਲੱਗ ਪੈਂਦੇ ਨੇ, ਵੱਡੇ ਹੋ ਜਾਂਦੇ ਨੇ, ਦੇਹ ਧਾਰ ਜਾਂਦੇ ਨੇ, ਸਰੀਰ ਧਾਰ ਜਾਂਦੇ ਨੇ। ਫਿਰ ਉਹਨਾਂ ਨੂੰ ਭੂਤ ਪ੍ਰੇਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਆਦਮੀ ਨੇ ਆਪ ਹੀ ਪੈਦਾ ਕੀਤੇ, ਉਹਦੇ ਵਿੱਚੋਂ ਹੀ ਪੈਦਾ ਹੋਏ ਨੇ। ਔਰ ਜਿੱਦਣ ਉਹਨਾਂ ਨੇ ਨਸ਼ਟ ਹੋਣਾ, ਉਹਨਾਂ ਨੇ ਅੰਦਰੋਂ ਹੀ ਹੋਣਾ ਹੈ, ਜਾਂ ਬਾਹਰੋਂ ਗੁਰੂ ਸਿਰ ਤੇ ਹੱਥ ਰੱਖੇ, ਅੰਦਰੋਂ ਹੀ ਮਨੁੱਖ। ਇਸ ਕਰਕੇ ਸਤਿਗੁਰੂ ਨੇ ਜਿਉਣ ਦੀ ਜਾਚ ਸਿਖਾਈ, ਨਾਮ ਨਾਲ ਜੋੜਿਆ, ਕਿਉਂਕਿ ਨਾਮ ਵਿੱਚ ਐਸੀਆਂ ਤਰੰਗਾਂ ਨੇ ਜੋ ਕੇਵਲ ਮਨੁੱਖ ਨੂੰ ਪਵਿੱਤਰ ਨਹੀਂ ਕਰਦੀਆਂ, ਉਸ ਘਰ ਨੂੰ, ਉਸ ਥਾਂ ਨੂੰ ਵੀ ਪਵਿੱਤਰ ਕਰ ਦਿੰਦੀਆਂ ਨੇ ਜਿੱਥੇ ਉਹ ਰਹਿੰਦਾ ਹੈ। ਕਬੀਰ ਜੀ ਦੇ ਸ਼ਬਦ ਨੇ ਨਾ, ਕਬੀਰ ਸੋਈ ਮੁਖ ਧਨ ਹੈ, ਜੇ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਗ੍ਰਾਮ ਦੇ ਅਰਥ ਨੇ ਖਾਲੀ ਖਲਾ ਥਾਂ ਜਿਹੜੀ। ਜੇ ਇੱਕ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿੱਚ ਜੁੜਿਆ, ਇਹ ਖਾਲੀ ਥਾਂ ਪਵਿੱਤਰ ਹੁੰਦਾ ਹੈ, ਇਹਦੇ ਵਿੱਚ ਚੰਗੇ ਵਿਚਾਰ ਘੁੰਮਦੇ ਨੇ। ਤੇ ਜੇ ਅਸੀਂ ਉੱਥੇ ਗਲਤ ਵਿਚਾਰ ਕਰਾਂਗੇ, ਜੇ ਉਸ ਥਾਂ ਤੇ ਈਰਖਾ ਹੀ ਅੰਦਰ ਕਰੀ ਜਾਵਾਂਗੇ, ਤੇ ਸਹਿਜੇ ਸਹਿਜੇ ਉਹ ਸਾਰਾ ਘਰ ਈਰਖਾ ਨਾਲ ਹੀ ਭਰਿਆ ਜਾਂਦਾ ਹੈ। ਫਿਰ ਨਾ ਇਹਦਾ ਹੱਲ ਜੋਤਸ਼ੀਆਂ ਕੋਲ, ਨਾ ਇਹਦਾ ਹੱਲ ਕਿਸੇ ਮੰਤਰ ਵਿੱਚ, ਨਾ ਕਿਸੇ ਹੋਰ ਕੋਲ, ਕਿਉਂਕਿ ਉਹ ਦੁੱਖ ਅਸੀਂ ਖੁਦ ਹੀ ਤਾਂ ਪੈਦਾ ਕੀਤਾ ਹੈ, ਉਹਨੂੰ ਖੁਦ ਰੂਪਮਾਨ ਕੀਤਾ ਹੈ। ਇਸ ਲਈ ਸਤਿਗੁਰੂ ਨੇ ਸਾਨੂੰ ਸ਼ੁਭ ਵਿਚਾਰਾਂ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਕਿ ਜਿਉਂ-ਜਿਉਂ ਤੂੰ ਬਾਣੀ ਪੜ੍ਹੇਗਾ, ਨਾਮ ਜਪੇਗਾ, ਤੇਰੇ ਅੰਦਰੋਂ ਉਹ ਤਰੰਗਾਂ ਨਿਕਲਣਗੀਆਂ ਕਿ ਸਹਿਜੇ ਸਹਿਜੇ ਤੇਰਾ ਆਲਾ ਦੁਆਲਾ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ, ਤੇ ਫਿਰ ਉਸ ਥਾਂ ਤੇ ਆਪਣੇ ਆਪ ਸੱਚਖੰਡ ਬਣਨਾ ਸ਼ੁਰੂ ਹੋ ਜਾਏਗਾ। ਇਸ ਕਰਕੇ ਕਹਿ ਰਹੇ ਨੇ, ਨਾਮ ਦੇ ਜਿਹੜੇ ਵਪਾਰੀ ਨੇ ਉਹ ਧਨਵਾਨ ਹੋ ਗਏ, ਅੰਦਰ ਉਹਨਾਂ ਦੇ ਖਜ਼ਾਨਾ ਹੈ। ਜਿੱਥੋਂ ਦੀ ਗੁਜ਼ਰਨਗੇ, ਜਿੱਥੋਂ ਦੀ ਲੰਘਣਗੇ, ਮਿੱਟੀ ਤੇ ਵੀ ਪ੍ਰਭਾਵ ਪਏਗਾ, ਕੰਧਾਂ ਤੇ ਵੀ ਪ੍ਰਭਾਵ ਪਏਗਾ, ਕੱਪੜਿਆਂ ਤੇ ਵੀ ਪ੍ਰਭਾਵ ਪਏਗਾ। ਤੇ ਜਿਹੜਾ ਮਨੁੱਖ ਉਹਨਾਂ ਦੇ ਕੋਲੋਂ ਗੁਜ਼ਰਿਆ, ਜੇ ਉਹ ਥੋੜਾ ਜਿਹਾ ਵੀ ਭਾਵੁਕ ਹੋਇਆ, ਤੇ ਉਹਨਾਂ ਤੇ ਵੀ ਉਹਨਾਂ ਦਾ ਪ੍ਰਭਾਵ ਪੈਂਦਾ ਹੈ, ਉਹ ਵੀ ਧਨਵਾਨ ਹੋਣਾ ਸ਼ੁਰੂ ਹੋ ਜਾਂਦਾ ਨਾਮ ਦੇ ਨਾਲ। ਇਸ ਕਰਕੇ ਸਾਹਿਬ ਆਰੰਭ ਵਿੱਚ ਕਹਿੰਦੇ ਨੇ, ਪ੍ਰਭ ਕੋ ਸਿਮਰਹਿ ਸੇ ਧਨਵੰਤੇ। ਇਹਦੇ ਤੋਂ ਅਗਲਾ ਬਚਨ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪਤਵੰਤੇ ਦਾ ਅਰਥ ਹੈ ਪਤ, ਪਤ ਦਾ ਅਰਥ ਹੈ ਇੱਜ਼ਤ।
ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦੇ ਅੰਦਰ ਇੱਕ ਇੱਜ਼ਤ ਪੈਦਾ ਹੋ ਗਈ। ਇਹ ਸਾਰੇ ਗੁਣ ਆਪਣੇ ਆਪ ਆਉਣਗੇ ਸਿਮਰਨ ਦੇ ਨਾਲ। ਪੱਤ ਉਹਨਾਂ ਦੀ ਪੈਦਾ ਹੋ ਗਈ। ਪਰਮਾਤਮਾ ਨੇ ਉਹਨਾਂ ਦਾ ਪਰਦਾ ਢੱਕਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਦੋਂ ਕੋਈ ਨਾਮ ਨਾਲ ਜੁੜਦਾ ਹੈ ਤੇ ਉਹਦੀ ਹਜ਼ੂਰੀ ਵਿੱਚ ਰਹਿਣ ਲੱਗ ਪੈਂਦਾ ਹੈ, ਉਹਦੀ ਸ਼ਰਨ ਵਿੱਚ ਰਹਿਣ ਲੱਗ ਪੈਂਦਾ ਹੈ। ਤੇ ਜਦੋਂ ਸ਼ਰਨ ਵਿੱਚ ਰਹਿਣ ਲੱਗ ਪੈਂਦਾ ਹੈ, ਪਰਮਾਤਮਾ ਦੇ ਘਰ ਵਿੱਚ ਇੱਕ ਵਸਤਰ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪ੍ਰੇਮ। ਉਹ ਫਿਰ ਆਪਣੇ ਪ੍ਰੇਮ ਦਾ ਕੱਪੜਾ ਪਾ ਕੇ ਉਸ ਬੰਦੇ ਦੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇੱਜ਼ਤ ਢੱਕ ਲੈਂਦਾ ਹੈ। ਇਸ ਕਰਕੇ ਨਾਮੀ ਮਨੁੱਖ ਨੂੰ, ਸਿਮਰਨ ਕਰਨ ਵਾਲੇ ਨੂੰ, ਗੁਰੂ ਕੇ ਸਿੱਖ ਨੂੰ ਇਸ ਚੀਜ਼ ਦਾ ਕਦੀ ਤੌਖਲਾ ਨਹੀਂ ਵਿਆਪਦਾ ਕਿ ਸੰਸਾਰ ਵਿੱਚ ਜਾਂ ਪਰਲੋਕ ਵਿੱਚ ਕਿਤੇ ਉਹਦੀ ਇੱਜ਼ਤ ਨਾ ਘਟ ਜਾਏ। ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ। ਔਰ ਮੈਂ ਇਹ ਵੀ ਬੇਨਤੀ ਕਰਦੇ ਹਾਂ, ਜੇ ਕੋਈ ਬੰਦਾ ਬਹੁਤ ਵੱਡਾ ਧਰਮੀ ਹੈ, ਬਹੁਤ ਵੱਡਾ ਅਭਿਆਸੀ ਵੀ ਹੈ, ਜਾਂ ਜੋ ਵੀ ਕਰਦਾ ਹੈ, ਆਪਣੇ ਆਪ ਨੂੰ ਧਰਮੀ ਵੀ ਘੋਸ਼ਿਤ ਕਰਦਾ ਹੈ, ਤੇ ਜੇ ਉਹਨੂੰ ਦਿਨ ਰਾਤ ਇਹੀ ਚਿੰਤਾ ਪਈ ਰਹਿੰਦੀ ਹੈ ਵੀ ਮੇਰੇ ਤੋਂ ਵੱਡਾ ਕੋਈ ਨਾ ਹੋ ਜਾਏ, ਮੇਰੀ ਕਿਤੇ ਇੱਜ਼ਤ ਨਾ ਛੋਟੀ ਹੋ ਜਾਏ, ਸਾਧ ਸੰਗਤ ਕਿਸੇ ਨੂੰ ਠੇਸ ਨਾ ਲੱਗੇ, ਉਹਨੂੰ ਆਪਣੇ ਨਾਮ ਦੇ ਨਾਲੋਂ ਧਰਮੀ ਹੋਣਾ ਕੱਟ ਦੇਣਾ ਚਾਹੀਦਾ। ਕਿਉਂਕਿ ਧਰਮੀ ਬੰਦੇ ਦਾ ਆਪਣੀ ਇੱਜ਼ਤ ਨੂੰ ਵੱਡਾ ਕਰਨ ਵਿੱਚ ਕੋਈ ਬਹੁਤਾ ਧਿਆਨ ਨਹੀਂ ਹੁੰਦਾ। ਉਹਦੀ ਇੱਜ਼ਤ ਕਾਹਦੀ? ਉਹਨੇ ਤੇ ਆਪਣੀ ਲਾਜ, ਆਪਣੀ ਇੱਜ਼ਤ, ਆਪਣੇ ਜੀਵਨ ਦੀ ਵਾਗ ਡੋਰ ਆਪਣੇ ਗਲ ਵਿੱਚ ਰੱਸੀ ਪਾ ਕੇ ਗੁਰੂ ਦੇ ਹੱਥਾਂ ਵਿੱਚ ਦੇ ਦਿੱਤੀ ਏ, ਤੇ ਫਿਰ ਗੁਰੂ ਉਹਦੀ ਇੱਜ਼ਤ ਢੱਕਦਾ ਹੈ। ਇਸ ਕਰਕੇ ਸਾਨੂੰ ਜਾਚ ਸਿਖਾਈਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਅਰਦਾਸ ਕਰਿਆ ਕਰ ਹਰ ਜੂ ਰਾਖ ਲਿਹੋ ਪਤ ਮੇਰੀ। ਮੇਰੀ ਪਤ ਰੱਖ, ਮੇਰੀ ਇੱਜ਼ਤ ਰੱਖ ਲੈ। ਤਾਂ ਸਿੱਖ ਅਰਦਾਸ ਵਿੱਚ ਵੀ ਇਹ ਦੋ ਚੀਜ਼ਾਂ ਗੁਰੂ ਕੋਲੋਂ ਮੰਗਦਾ ਹੈ ਕਿ ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਔਰ ਅੱਗੇ ਬਚਨ ਕੀਤਾ ਹੈ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ, ਮਤ ਤੇ ਪਤ। ਕਿਉਂਕਿ ਮਤ ਗੁਰੂ ਕੀ ਹੋਵੇਗੀ ਤੇ ਪਤ ਤਾਂ ਟੱਕੀ ਜਾਏਗੀ। ਸਾਹਿਬ ਕਹਿੰਦੇ ਉਹ ਮਨੁੱਖ ਪਤਵੰਤੇ ਨੇ, ਉਹਨਾਂ ਦੀ ਪਤ, ਉਹਨਾਂ ਦੀ ਇੱਜ਼ਤ ਪਰਮਾਤਮਾ ਢੱਕ ਲੈਂਦਾ ਹੈ। ਅਗਲੇ ਬਚਨ ਕੀਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ। ਧਿਆਨ ਦਿਓ, ਇੱਕ ਇੱਕ ਸ਼ਬਦ ਬਹੁਤ ਮਹਿੰਗਾ। ਪਰਵਾਨ ਸ਼ਬਦ ਦਾ ਅਰਥ ਹੈ ਚੁਣਿਆ ਹੋਇਆ ਵਿਅਕਤੀ, ਜਿਹਦੇ ਉੱਤੇ ਟਿਕ ਮਾਰ ਕਰ ਦਿੱਤੀ ਪਰਮਾਤਮਾ ਨੇ ਕਿ ਇਹ ਬਿਲਕੁਲ ਸ਼ੁੱਧ ਹੈ, ਬਿਲਕੁਲ ਪਵਿੱਤਰ। ਉਹਨੂੰ ਕਹਿੰਦੇ ਪ੍ਰਵਾਨ ਹੋ ਗਿਆ। ਪ੍ਰਵਾਨ ਹੋਣ ਦਾ ਮਤਲਬ ਜਿਵੇਂ ਦਾ ਆਦਮੀ ਗੁਰੂ ਨੂੰ ਚਾਹੀਦਾ ਸੀ ਉਵੇਂ ਦਾ ਬਣ ਗਿਆ। ਜਿਵੇਂ ਕਿ ਸਾਹਿਬ ਕਹਿੰਦੇ ਪੰਚ ਦਾ ਅਰਥ ਹੈ ਚੁਣੇ ਹੋਏ। ਪੰਚ ਪ੍ਰਵਾਨ, ਪੰਚ ਪ੍ਰਧਾਨ। ਪ੍ਰਵਾਨਗੀ ਮਿਲਣੀ ਹੋਰ ਚੀਜ਼ ਹੈ, ਆਪਣੇ ਵੱਲੋਂ ਹੀ ਸੋਚਣਾ ਵੀ ਮੈਂ ਪ੍ਰਵਾਨ ਹੋ ਗਿਆ, ਇਹ ਗੱਲ ਬਹੁਤ ਵੱਖਰੀ ਹੈ। ਇਸ ਕਰਕੇ ਮਹਾਂਪੁਰਸ਼ ਇੱਕ ਗੱਲ ਕਿਹਾ ਕਰਦੇ ਸਨ ਕਿ ਤੂੰ ਸਦਾ ਇਹ ਕਹਿੰਦਾ ਰਹਿਣਾ ਹੈ ਵੀ ਮੈਂ ਗੁਰੂ ਨੂੰ ਪ੍ਰਵਾਨ ਹੋ ਗਿਆ, ਮੈਂ ਗੁਰੂ ਕਾ ਸਿੱਖ ਬਣ ਗਿਆ। ਤੂੰ ਆਪਣੇ ਆਪ ਹੀ ਐਲਾਨ ਕਰੀ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਤੇ ਜਾ ਕੇ ਪੁੱਛ ਲੈ ਤੂੰ ਪ੍ਰਵਾਨ ਹੋਇਆ ਕਿ ਨਹੀਂ ਹੋਇਆ, ਕਿਉਂਕਿ ਗੁਰੂ ਅੱਗੇ ਪ੍ਰਵਾਨ ਹੋਣਾ ਬਹੁਤ ਔਖਾ ਹੈ। ਉਹ ਜਿਹੜਾ ਰਸਤਾ ਹੈ ਨਾ, ਉੱਥੇ ਅਸੀਂ ਅੜ ਜਾਵਾਂਗੇ, ਲੰਘਿਆ ਨਹੀਂ ਜਾਏਗਾ। ਉੱਥੇ ਸਾਡੇ ਹੰਕਾਰ, ਸਾਡੀਆਂ ਚਿੰਤਾਵਾਂ, ਸਾਡੇ ਦੁੱਖ ਉਹ ਵਿੱਚ ਖੜੇ ਹੋ ਜਾਣਗੇ, ਸਾਨੂੰ ਪ੍ਰਵਾਨ ਨਹੀਂ ਹੋਣ ਦੇਣਗੇ। ਇਸ ਕਰਕੇ ਪ੍ਰਵਾਨ ਹੋ ਗਏ ਉਹ ਜਿਨ੍ਹਾਂ ਨੇ ਅਕਾਲ ਪੁਰਖ ਦੀ ਬੰਦਗੀ ਕੀਤੀ। ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ, ਪ੍ਰਭ ਕੋ ਸਿਮਰਹਿ। ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹਦੇ ਨਾਲ ਜੁੜ ਗਏ, ਉਹ ਜਨ, ਉਹ ਮਨੁੱਖ ਉਹਦੇ ਦਰ ਤੇ ਪ੍ਰਵਾਨ ਹੋ ਗਏ। ਉਹਦੇ ਘਰ ਵਿੱਚ ਉਹਨਾਂ ਨੂੰ ਥਾਂ ਮਿਲ ਗਈ। ਅਗਲੇ ਬਚਨ ਕੀਤੇ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਧਾਨ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਆਇਆ। ਪ੍ਰਧਾਨ ਦੇ ਅੱਖਰੀ ਅਰਥ ਨੇ ਪਰ ਜਮਾ ਧਿਆਨ। ਪਰ ਦਾ ਅਰਥ ਹੈ ਦੂਸਰਾ, ਧਿਆਨ ਦਾ ਅਰਥ ਧਿਆਨ ਹੁੰਦਾ ਹੈ।
जिस व्यक्ति विच इन्नी योग्यता आ जाती, इन्नी कैपेसिटी हो जाती कि वो दूजे लोगों का ध्यान रख सकता है, उन्हां दी सहायता कर सकता, उन्होंने कहते प्रधान। ते जे बंदे नूं अपना भी ध्यान नहीं रहिंदा ते वो नां नाल प्रधान जोड़दा है, फिर वो दुनिया का प्रधान होवेगा। गुरु ग्रंथ साहिब वालों प्रवान होया प्रधान नहीं। प्रधान बड़े ने, पर इत्थे प्रधान वो जिहड़ा पहला प्रवान, सतगुरु ने कहा ना पंच प्रवान पंच प्रधान, ਜਿਹੜੇ ਪਹਿਲਾ ਪ੍ਰਵਾਨ ਹੋਏ ਗੁਰੂ ਨਾਨਕ ਦੇ ਘਰ ਵਿੱਚ ਉਹ ਪ੍ਰਧਾਨ ਨੇ। ਪਰ ਅਸੀਂ ਪੁੱਠੇ ਪਾਸਿਓਂ ਚੱਲ ਪਏ, ਅਸੀਂ ਪ੍ਰਵਾਨ ਅਜੇ ਹੋਏ ਨਹੀਂ ਤੇ ਪ੍ਰਧਾਨ ਪਹਿਲਾਂ ਬਣ ਗਿਆ। ਆਗੂ ਬਣਨ ਤੇ ਬੰਦੇ ਦਾ ਜੀ ਕਰਦਾ, ਅੱਗੇ ਤੁਰਨ ਤੇ ਜੀ ਕਰਦਾ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਤੇ ਲਾ ਕੇ ਸਾਨੂੰ ਇੱਕ ਗੱਲ ਕਹਿੰਦੇ ਨੇ ਕਿ ਲੋਕ ਬੁਝਾਈ ਆਪ ਨਾ ਬੁਝਾਂ, ਐਸਾ ਆਗੂ ਹੋਵਾਂ। मैं इस तरह का आगू बनना चाहुंदा। मैं लोकां नूं ते गल्लां कर कर के नसीहत बड़ी सोहनी देना, पर मेरी निजी जिंदगी विच वो चीज़ है नहीं, मेरे अपने कोल वो जीवन नहीं जिहड़ा मैं दूजिआं नूं समझाउणा चाहुंदा। इस करके प्रधान की पदवी बहुत उच्ची है, पर प्रधानगी गुरु नानक दे घर विच उन्हां नूं मिली, अगे वो तुरे ने। वैसे मैं एक बड़ी सुंदर कहानी पढ़ी है। कोई क्लास लगी सी ते नवा टीचर आया, अध्यापक आया, बड़ा तजर्बेकार सी। आम तौर ते तुसी वेखोगे जिहड़े नलायक बच्चे घट पढ़े ने वो पिछे बैठे हुंदे ने क्लास विच, सारियां तो अपने आप ही बैठ जांदे ने, शर्म महसूस करते ने, पिछे बैठते ने। ते अध्यापक भी उन्होंने कहंदा तुसी पिछे रहो, आउंदा तुहानूं है कुछ नहीं। ਜਿਹੜੇ ਬੱਚੇ ਹੁਸ਼ਿਆਰ ਨੇ ਪੜ੍ਹਾਈ ਵਿੱਚ ਤਕਰੀਬਨ ਅੱਗੇ ਬੈਠਦੇ ਨੇ। ਨਵਾਂ ਅਧਿਆਪਕ ਆਇਆ ਸੀ, ਬਜ਼ੁਰਗ ਸੀ, ਤਜਰਬੇਕਾਰ ਸੀ। ਉਹਨੇ ਆਉਂਦਿਆਂ ਸਾਰ ਜਿਹੜੇ ਨਲਾਇਕ ਸਨ ਉਹਨਾਂ ਨੂੰ ਸਾਰਿਆਂ ਤੋਂ ਅੱਗੇ ਬਿਠਾ ਦਿੱਤਾ, ਸਭ ਤੋਂ ਅੱਗੇ ਬਿਠਾਉਂਦਾ ਹੈ, ਤੇ ਜਿਹੜੇ ਹੁਸ਼ਿਆਰ ਸਨ ਉਹਨਾਂ ਨੂੰ ਸਭ ਤੋਂ ਪਿੱਛੇ ਕਰ ਦਿੱਤਾ। ਇੱਕ ਦਿਨ ਉਹਦੀ ਕਲਾਸ ਦੀ ਹੈਡਮਾਸਟਰ ਨੇ ਚੈਕਿੰਗ ਕੀਤੀ, ਉਹਨੇ ਕਿਹਾ ਵੀ ਤੁਸੀਂ ਆ ਜਿਹੜੇ ਨਲਾਇਕ ਸਨ ਉਹਨਾਂ ਨੂੰ ਅੱਗੇ ਲਾ ਦਿੱਤਾ, ਜਿਨ੍ਹਾਂ ਨੂੰ ਕੁਝ ਆਉਂਦਾ ਸੀ ਉਹਨਾਂ ਨੂੰ ਪਿੱਛੇ ਲਾ ਦਿੱਤਾ ਜੀ। ਉਹਨੇ ਕਿਹਾ ਬਸ ਇਹੀ ਤੇ ਗੱਲ ਹੈ, ਇਹਨਾਂ ਦੇ ਅੱਗੇ ਬਿਠਾਉਣ ਦਾ ਇਹ ਨਹੀਂ ਕਾਰਨ ਵੀ ਇਹਨਾਂ ਨੂੰ ਕੁਝ ਆਉਂਦਾ ਹੈ, ਮੈਂ ਇਹਨਾਂ ਨੂੰ ਅੱਗੇ ਤਾਂ ਬਿਠਾਇਆ ਵੀ ਪਿੱਛੇ ਸ਼ਰਾਰਤਾਂ ਬੜੀਆਂ ਕਰਦੇ ਸਨ, ਚਲੋ ਅੱਗੇ ਚੁੱਪ ਕਰਕੇ ਬੈਠੇ ਤੇ ਰਹਿਣਗੇ। ਬਹੁਤੇ ਲੋਕਾਂ ਨੂੰ ਤੇ ਗੁਰੂ ਨੇ ਅੱਗੇ ਤਾਂ ਹੀ ਲਾ ਦਿੱਤਾ ਚਲੋ ਸ਼ਰਾਰਤਾਂ ਹੀ ਨਾ ਕਰਨਗੇ, ਕੁਝ ਨਾ ਕੁਝ ਤੇ ਹਿਆ ਹੋਵੇਗੀ, ਕੁਝ ਨਾ ਕੁਝ ਤੇ ਅੰਦਰ ਆਏਗੀ ਗੱਲ कि इन्हें लोगों ने उन्हें अगे ला दिता, वेख के तुरीए। इसलिए ये ना समझना जिहड़ा बंदा अगे बैठा वो योग है, ये नहीं जरूरी। वो सियाणा सी अध्यापक, क्योंकि ध्यान भी उन्हां दा रखना पैंदा जो नलायक, ते ध्यान उन्हां दा रहिंदा जो नेड़े होण, ते अध्यापक दे नेड़े होंदे ने जिहड़े अगे होंदे ने। पर कई बारी भुलेखा पै जाता है अगे बैठे हुए लोगों को कि असी मोनीटर हाँ इस क्लास के, असी आगू हाँ। भुलेखा सुभाविक है क्योंकि सीट अगली है, थां अगली है, पर उस थां जो योग है नहीं। इस करके दो शब्द इकट्ठे ने, पंच प्रवान पंच प्रधान। पंचे पाव है दरगाह मान, पंचे सो है दर राजान। उन्हां दी निशानी की है पंचां का गुर एक ध्यान। उन्हां दा ध्यान एक ते जाके खड़ा हो गया। इसलिए कह रहे ने पंच प्रभ को सिमरै से जन परवान, प्रभ को सिमरै से पुरख प्रधान। अगले बचन कीते प्रभ को सिमरै से बेमोहताजे। बहुत महंगा शब्द, ये महंगा शब्द मैं तां वार वार कहना। एक दिन किसी सज्जन ने मैनू फोन किया, कहते तुसी महंगा शब्द कहते हो। मैं कि भी साडे विच एक रवायत है पुरानी गुरसिखां दी, भी असी बाणी नूं कठन नहीं कह सकते, ना औखा शब्द वरत सकते। भी ये बाणी बड़ी औखी, जिवें श्लोक संस्कृति है, औखा नहीं असी कह सकते, कठिन नहीं कह सकते। फिर उन्होंने कहण वास्ते असी एक शब्द वरत लैने भी महंगी, यानी कि इहदा मुल बहुत बड़ी उच्ची बाणी। कहते नहीं, ये महंगा शब्द नहीं वरतना चाहिए।
ਇਹ ਗਲਤ ਹੈ। ਤੇ ਮੈਂ ਬੇਨਤੀ ਕਰਦਿਆਂ ਹੋਰ ਵੀ ਕਈਆਂ ਦੇ ਮਨ ਵਿੱਚ ਸਵਾਲ ਹੋਏਗਾ, ਮਹਿੰਗੇ ਦੇ ਅਰਥ ਨੇ ਉੱਚਾ, ਮਹਿੰਗੇ ਦੇ ਅਰਥ ਨਹੀਂ ਵੀ ਇਹਦਾ ਮੁੱਲ ਪਾ ਦਿੱਤਾ ਸੀ ਬਾਣੀ। ਔਰ ਸ਼ਬਦ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਭਗਤ ਜੀ ਦੀ ਬਾਣੀ ਪੜ੍ਹ ਕੇ ਵੇਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਆ ਗਿਆ ਨਾ ਸ਼ਬਦ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਖਰੀਦਿਆ ਉਸ ਨੂੰ। ਇਸ ਤਰ੍ਹਾਂ ਇਹ ਸ਼ਬਦ ਹੁੰਦੇ। ਮੈਂ ਮਹਿੰਗੇ ਸ਼ਬਦ ਤਾਂ ਕਹਿਣਾ ਵਾਰ-ਵਾਰ, ਕਿਉਂਕਿ ਇਹਨਾਂ ਦੇ ਗੁਹਜ ਭਾਵ ਭਾਵੇਂ ਸ਼ਬਦ ਸਿੱਧੇ ਨੇ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹ ਬੇਮੁਹਤਾਜ ਹੋ ਗਏ। ਬੇਮੁਹਤਾਜ ਦਾ ਮਤਲਬ ਹੈ ਬੇਪਰਵਾਹ, ਕਿਸੇ ਦੀ ਅਧੀਨਗੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਗਈ। ਕਿਉਂਕਿ ਆਮ ਤੌਰ ਤੇ ਬਹੁਤਾਤ ਵਿੱਚ ਮਨੁੱਖ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਦੇ ਥੱਲੇ ਰਹਿੰਦਾ ਹੈ, ਕਿਸੇ ਨਾ ਕਿਸੇ ਦੀ ਅਧੀਨਗੀ ਕਬੂਲ ਕੇ ਜਿਉਂਦਾ ਹੈ। ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ ਹੈ, ਉਹਨਾਂ ਨੇ ਇੱਕ ਦੀ ਅਧੀਨਗੀ ਕਬੂਲ ਕਰ ਲਈ, ਇੱਕ ਦੇ ਤਹਿਤ ਜਿਉਣ ਲੱਗ ਪਏ, ਪਰ ਸੰਸਾਰ ਵੱਲੋਂ ਉਹ ਬੇਮੁਹਤਾਜੇ ਹੋ ਗਏ। ਬੇਮੁਹਤਾਜ ਦਾ ਅਰਥ ਹੈ ਬੇਪਰਵਾਹ, ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਇਹਨਾਂ ਬੇਪਰਵਾਹ ਕਿਉਂਕਿ ਪਰਵਾਹ ਉਹਨਾਂ ਨੂੰ ਹੁੰਦੀ ਹੈ ਜੋ ਕਿਸੇ ਚੀਜ਼ ਦੇ ਨਾਲ ਚੰਬੜ ਕੇ ਰਹਿੰਦੇ ਨੇ। ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਦਿੱਤਾ ਹੈ, ਜੋ ਕਿਸੇ ਚੀਜ਼ ਨਾਲ ਬੱਝੇ ਨਹੀਂ, ਉਹ ਬੇਪਰਵਾਹ ਨੇ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਜਿੰਨਾ ਆਦਮੀ ਸੰਸਾਰ ਨਾਲ ਬੱਝਾ ਰਹੇਗਾ, ਉਹਨਾਂ ਚਿੰਤਾ ਤੁਰ ਪ੍ਰਵਾਹ ਵਿੱਚ ਰਹੇਗਾ। ਖੁਸ਼ਾਮਦੀ ਹੋਵੇਗਾ, ਪੂਛ ਹਿਲਾਏਗਾ, ਖੁਸ਼ਾਮਦ ਉਹਨੂੰ ਕਰਨੀ ਪਏਗੀ, ਉਹ ਚੀਜ਼ਾਂ ਨਾਲ ਬੱਝਾ ਹੋਇਆ ਹੈ। ਜਿੰਨਾ ਵਿਅਕਤੀ ਪਰਮਾਤਮਾ ਦੇ ਨੇੜੇ ਜਾਏਗਾ ਉਹ ਬੇਮੁਹਤਾਜ ਹੁੰਦਾ ਜਾਏਗਾ, ਬੇਪਰਵਾਹ ਹੁੰਦਾ ਜਾਏਗਾ। ਉਸ ਨੂੰ ਕਹਿ ਰਹੇ ਨੇ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ। ਫਿਰ ਕਹਿੰਦੇ ਪ੍ਰਭ ਕੋ ਸਿਮਰ ਹੈ ਸੇ ਸਰਬ ਕੇ ਰਾਜੇ। ਰਾਜਾ ਸ਼ਬਦ ਦਾ ਅਖਰੀ ਭਾਵ ਹੈ ਜਿਹਨੂੰ ਰਜੇਵਾਂ ਨਸੀਬ ਹੋ ਗਿਆ, ਜੋ ਰੱਜ ਗਿਆ, ਜਿਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹੀ, ਬੇਪਰਵਾਹ, ਜਿਹਦੇ ਵਿੱਚੋਂ ਮੰਗਣ ਦਾ ਸੁਭਾਵ ਹੀ ਨਸ਼ਟ ਹੋ ਗਿਆ, ਜਿਹਦੇ ਵਿੱਚ ਕਦੀ ਕੋਈ ਅੰਦਰ ਮੰਗ ਨਹੀਂ ਉੱਠੀ, ਅੰਦਰੋਂ ਉਹ ਖਜ਼ਾਨਾ ਮਿਲਿਆ, ਤੇ ਉਹੀ ਵਿਅਕਤੀ ਸਾਰਿਆਂ ਦਾ ਰਾਜਾ ਬਣੇਗਾ ਜਿਹੜਾ ਸਾਧ ਸੰਗਤ ਅੰਦਰਲੇ ਧਨ ਨੂੰ ਜਿੰਨੇ ਪ੍ਰਾਪਤ ਕਰ ਲਿਆ, ਉਹਨਾਂ ਚਿਰ ਅੰਦਰਲਾ ਕਟੋਰਾ ਬੰਦੇ ਦਾ ਹੱਥ ਵਿੱਚ ਹੀ ਰਹੇਗਾ, ਭੀਖ ਮੰਗਦਾ ਹੀ ਰਹੇਗਾ, ਕਿਤੇ ਨਾ ਕਿਤੇ ਡਰਦਾ ਹੀ ਰਹੇਗਾ, ਘਬਰਾਉਂਦਾ ਹੀ ਰਹੇਗਾ। ਜਿਹੜਾ ਮਨੁੱਖ ਉਸ ਨਾਮ ਦੇ ਧਨ ਨੂੰ ਪ੍ਰਾਪਤ ਕਰ ਲੈਂਦਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨੁੱਖ ਸਾਰਿਆਂ ਦਾ ਰਾਜਾ ਬਣ ਗਿਆ। ਫਿਰ ਕਹਿੰਦੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ। ਉਹ ਇੱਕ ਐਸੇ ਸੁਖ ਵਿੱਚ ਵਸਣ ਲੱਗ ਪੈਂਦੇ ਨੇ, ਨਿਰੰਤਰ ਸੁਖ ਵਿੱਚ ਨਿਵਾਸ ਰਹਿੰਦਾ, ਕਿਉਂਕਿ ਤੌਖਲਾ ਮਿਟ ਗਿਆ, ਚਿੰਤਾ ਮਿਟ ਗਈ। ਕੀ ਨਾਲ ਲੈ ਕੇ ਆਏ ਸੀ, ਕਿਸ ਨੂੰ ਇਕੱਠਾ ਕਰਨਾ ਹੈ, ਕੀ ਗਵਾਚ ਜਾਏਗਾ ਸਾਡੇ ਵਿੱਚੋਂ। ਇਸ ਤਰ੍ਹਾਂ ਦੀ ਦਸ਼ਾ ਉਹਨਾਂ ਵਿੱਚ ਬਣ ਜਾਂਦੀ, ਬੇਪਰਵਾਹ ਰਹਿੰਦੇ ਨੇ ਔਰ ਸੁਖ ਵਿੱਚ ਵਸਣ ਲੱਗ ਪੈਂਦੇ। ਫਿਰ ਕਹਿੰਦੇ ਪ੍ਰਭ ਕੋ ਸਿਮਰ ਹੈ ਸਦਾ ਅਬਿਨਾਸੀ। ਅਬਿਨਾਸੀ ਦਾ ਅਰਥ ਹੈ ਜਿਨ੍ਹਾਂ ਦਾ ਵਿਨਾਸ਼ ਨਾ ਹੋਵੇ, ਜਿਨ੍ਹਾਂ ਦੀ ਮੌਤ ਨਾ ਹੋਵੇ, ਜਿਨ੍ਹਾਂ ਦਾ ਕਦੀ ਖਾਤਮਾ ਨਹੀਂ ਹੁੰਦਾ, ਉਹ ਅਬਿਨਾਸੀ ਹੋ ਗਏ। ਅਖੀਰ ਤੇ ਬਚਨ ਕੀਤਾ, ਕਹਿੰਦੇ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਗੁਰੂ ਅਰਜਨ ਦੇਵ ਜੀ ਨੇ ਇੱਥੇ ਬਹੁਤ ਵੱਡਾ ਇੱਕ ਖੁਲਾਸਾ ਕੀਤਾ। ਕਹਿੰਦੇ ਸਿਮਰਨ ਨਾਲ ਉਹ ਹੀ ਜੁੜੇ ਜਿਨ੍ਹਾਂ ਤੇ ਗੁਰੂ ਨੂੰ ਦਇਆ ਆ ਗਈ। ਸਾਧ ਸੰਗਤ ਵਿਸ਼ਾ ਸਾਰਾ ਦਇਆ ਦਾ ਹੈ, ਦਾਨ ਦਾ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਜਗ੍ਹਾ ਤੇ ਦੁਹਰਾ ਦਿਆਂ, ਸਿੱਖੀ, ਨਾਮ, ਇਹ ਸਾਰੀਆਂ ਚੀਜ਼ਾਂ ਮਿਹਨਤ ਦੀਆਂ ਮੁਹਤਾਜ ਨਹੀਂ, ਇਹ ਦਾਨ ਵਿੱਚ ਮਿਲਦੀਆਂ ਨੇ। ਦਾਨ ਸ਼ਬਦ ਅਰਦਾਸ ਤੁਸੀਂ ਰੋਜ਼ ਸੁਣਦੇ ਹੋ, ਇੱਕ ਸ਼ਬਦ ਵਾਰ-ਵਾਰ ਪਿੱਛੇ ਜੁੜਿਆ ਹੋਏਗਾ। ਜੇ ਸਿੱਖੀ ਦੀ ਗੱਲ ਆਵੇਗੀ ਉਹਦੇ ਨਾਲ ਦਾਨ ਸ਼ਬਦ ਆਏਗਾ। ਸਿੱਖੀ ਹੈ ਹੀ ਦਾਨ, ਸਿੱਖੀ ਕਮਾਈ ਦਾ
ਕਮਾਈ ਤੇ ਡਿਪੈਂਡ ਨਹੀਂ ਹੈ, ਦਾਨ ਹੋ ਜਾਂਦਾ ਸਹਿਜ ਸੁਭਾਏ। ਆ ਸ਼ਬਦ ਆਉਂਦੇ ਨੇ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਸਾਰੀਆਂ ਚੀਜ਼ਾਂ ਦਾਨ ਨੇ। ਤੇ ਜਦੋਂ ਦਾਨ ਮਿਲਦਾ ਕਿਸੇ ਨੂੰ, ਮਿਹਨਤ ਦੇ ਬਦਲੇ ਮਿਲਦਾ, ਕਦੀ ਖਿਆਲ ਰੱਖਣਾ। ਮਿਹਨਤ ਦੇ ਬਦਲੇ ਦਾਨ ਕਿੱਥੇ? ਤੁਸੀਂ ਕਦੀ ਵੇਖਣਾ, ਇੱਕ ਘਰ ਵਿੱਚ ਇੱਕ ਦਿਹਾੜੀਦਾਰ ਸਵੇਰ ਤੋਂ ਸ਼ਾਮ ਤੱਕ ਟੋਕਰੀ ਢੋ ਰਿਹਾ ਹੈ, ਤੇ ਸ਼ਾਮ ਨੂੰ ਸ਼ਾਮ ਹੋ ਗਈ, ਉਹਨੇ ਆਪਣੇ ਕੱਪੜੇ ਝਾੜੇ, ਹੱਥ ਪੈਰ ਧੋਤੇ, ਤੇ ਘਰ ਦੇ ਮਾਲਕ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ, ਕਿਹਾ ਜੀ ਲਿਆਓ ਮੇਰੀ ਦਿਹਾੜੀ ਦਿਓ, 200 ਰੁਪਈਆ ਦਿਓ। ਅਜੇ ਉਹ ਕਹਿੰਦਾ ਹੀ ਸੀ, ਇੱਕ ਪਿੱਛੋਂ ਭਿਖਾਰੀ ਵੀ ਆ ਗਿਆ, ਉਹ ਵੀ ਨਾਲ ਖਲੋ ਗਿਆ। ਉਹਦੇ ਭਿਖਾਰੀ ਨੇ ਵੀ ਹੱਥ ਕਰ ਲਿਆ, ਕੱਪੜੇ ਪਾਟੇ ਨੇ, ਜੁੱਤੀ ਟੁੱਟੀ ਹੋਈ ਹੈ, ਰੱਜ ਕੇ ਰੋਟੀ ਨਹੀਂ ਮਿਲਦੀ, ਸਿਰ ਝੁਕਿਆ ਹੋਇਆ। ਉਸ ਘਰ ਦੇ ਮਾਲਕ ਨੇ ਪੁੱਛਿਆ ਵੀ ਤੂੰ ਕਿਵੇਂ ਆਇਆ ਹੈ? ਕਹਿੰਦਾ ਜੀ ਮੈਨੂੰ ਵੀ 200 ਹੀ ਚਾਹੀਦਾ ਹੈ, ਜਿਵੇਂ ਇਸ ਦਿਹਾੜੀਦਾਰ ਨੇ ਮੰਗਿਆ, ਮੈਨੂੰ ਵੀ 200। ਤੇ ਦਿਹਾੜੀਦਾਰ ਕਹਿੰਦਾ ਮੇਰੀ ਦਿਹਾੜੀ 200 ਹੈ। ਉਹਨੇ ਸੋਚਿਆ ਵੀ ਕਮਾਲ ਦੀ ਗੱਲ ਹੈ, ਹੁਣ 200 ਦਿਹਾੜੀਦਾਰ ਨੂੰ। ਉਹਨੇ ਕਿਹਾ ਵੀ ਤੈਨੂੰ ਵੀ 200 ਦੇਈਏ? ਕਹਿਣ ਲੱਗੇ ਹਾਂ ਜੀ ਦੇਣਾ ਹੀ ਪਏਗਾ, ਸਾਰਾ ਦਿਨ ਹੋ ਗਿਆ ਕੰਮ ਕਰਦਿਆਂ ਨੂੰ। ਉੱਥੇ ਮੈਂ ਸ਼ੁਰੂ ਹੋ ਗਏ। ਉਹ ਨਹੀਂ ਝੁਕਿਆ ਦਿਹਾੜੀਦਾਰ, ਉਹਦੇ ਮੋਢੇ ਖੜੇ ਨੇ, ਉਹਦੀ ਧੌਣ ਆਕੜੀ ਹੋਈ ਏ, ਉਹਦੀਆਂ ਅੱਖਾਂ ਵਿੱਚ ਗਰੂਰ ਏ, ਉਹ ਆਪਣੀ ਮਿਹਨਤ ਤੇ ਵਿਸ਼ਵਾਸ ਕਰ ਰਿਹਾ ਸਾਰੇ ਦਿਨ ਤੇ। ਪਰ ਦੂਜਾ ਭਿਖਾਰੀ, ਉਹਦੇ ਵੱਲ ਵੇਖਿਆ ਉਸ ਮਾਲਕ ਨੇ, ਕਹਿੰਦੇ ਤੈਨੂੰ, ਉਹਦੀਆਂ ਅੱਖਾਂ ਝੁਕ ਗਈਆਂ, ਗਰਦਨ ਉਹਦੀ ਝੁਕੀ ਹੋਈ, ਅੰਦਰ ਨਿਮਰਤਾ ਹੈ। ਉਹਨੇ ਕਿਹਾ ਜੀ ਮੈਂ ਕੰਮ ਕੋਈ ਨਹੀਂ ਤੁਹਾਡਾ ਕੀਤਾ, ਨਾ ਮੈਂ ਕਰਨ ਜੋਗਾ, ਮੈਂ ਤੇ ਭਿਖਾਰੀ ਬਣ ਕੇ ਤਰਲਾ ਲੈਣਾ, ਮੇਰੇ ਕੋਲ ਕੁਝ ਨਹੀਂ। ਤੇ ਮਾਲਕ ਨੂੰ ਦਇਆ ਆ ਗਈ ਉਹਦੇ ਤੇ, ਉਹਨੇ ਦਿਹਾੜੀਦਾਰ ਨੂੰ ਤੇ ਦਿੱਤਾ 200, ਤੇ ਮੰਗਣ ਵਾਲੇ ਤੇ ਤਰਸ ਆ ਗਿਆ, ਉਹਨੂੰ 500 ਦੇ ਦਿੱਤਾ। ਜਦੋਂ 500 ਦਿੱਤਾ ਤੇ ਦਿਹਾੜੀ ਵਾਲਾ ਕਹਿੰਦਾ ਇਹ ਤੇ ਅਨਿਆਂ ਹੈ, ਮੈਂ ਕੰਮ ਕਰਦਾ ਰਿਹਾ, ਵਿਹਲੜ। ਉਹਨੇ ਕਿਹਾ ਸੱਜਣਾ ਤੂੰ ਕੰਮ ਕਰਦਾ ਰਿਹਾ, ਤੂੰ ਵਪਾਰੀ ਹੈ, ਤੂੰ ਆਪਣੇ ਕੰਮ ਦਾ ਦਾਅਵਾ ਕੀਤਾ ਹੈ, ਇਹਨੂੰ ਦਾਅਵਾ ਕੋਈ ਨਹੀਂ, ਇਹਦੀ ਹਾਲਤ ਵੇਖ ਕੇ ਮੈਨੂੰ ਤਰਸ ਆ ਗਿਆ। ਪਰ ਉੱਥੇ ਤੇ ਦਿਹਾੜੀਦਾਰ ਨੂੰ ਕੰਮ ਕਰਕੇ ਸਾਧ ਸੰਗਤ 200 ਮਿਲ ਗਿਆ ਨਾ। ਮੈਂ ਬੇਨਤੀ ਕਰਾਂ, ਰੱਬ ਦੇ ਘਰ ਵਿੱਚ ਮਤ ਕੋਈ ਕਵੇ ਵੀ ਮੈਂ 200 ਦਾ ਕੰਮ ਕੀਤਾ, ਮੈਂ ਇੰਨਾ ਕੁਝ ਕੀਤਾ, ਮੈਂ ਇੰਨਾ ਕੰਮ ਸੇਵਾ, ਇੰਨਾ ਸਿਮਰਨ, ਇੰਨੇ ਪਾਠ ਕੀਤੇ ਨੇ। ਇਹਦੇ ਅਰਥ ਇਹ ਨਾ ਸਮਝਣਾ ਵੀ ਕਰਨਾ ਨਹੀਂ। ਪਰ ਜੇ ਇੱਥੇ ਦਿਹਾੜੀਦਾਰ ਵਾਲੀ ਗੱਲ ਕਹਿ ਦਿੱਤੀ, ਉਹ ਸੰਸਾਰਕ ਦਿਹਾੜੀਦਾਰ ਨੂੰ ਤੇ 200 ਦੇ ਦਿੱਤਾ ਉਹਨੇ, ਇੱਥੇ 200 ਵੀ ਕੋਈ ਨਹੀਂ ਮਿਲਣਾ। ਇਹਨੇ ਕਹਿਣਾ ਜਾ ਹੋਰ ਬਥੇਰੇ ਨੇ, ਕੋਈ ਪਰਵਾਹ ਨਹੀਂ ਸਾਨੂੰ। ਇੱਥੇ ਨਹੀਂ ਮਿਲਦਾ, ਇੱਥੇ ਤਰਸ, ਦਇਆ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਜੇ ਕਿਸੇ ਨੂੰ ਅੰਦਰੋਂ ਇਹ ਕਹਿਣ ਦੀ ਜਾਚ ਆ ਜਾਏ ਕਿ ਹੇ ਸਤਿਗੁਰੂ ਅਸੀਂ ਅੱਖਾਂ ਤੋਂ ਰਹਿਤ ਹਾਂ, ਸਾਨੂੰ ਤੁਰਨਾ ਹੀ ਨਹੀਂ ਆਉਂਦਾ ਜਿਹੜਾ ਰਾਹ ਤੁਸੀਂ ਦੱਸ ਰਹੇ ਹੋ, ਅਸੀਂ ਵਿਕਾਰਾਂ ਦੀ ਜ਼ਹਿਰ ਵਿੱਚ ਫਸੇ ਪਏ ਹਾਂ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ, ਕਿਵੇਂ ਤੁਰੀਏ, ਗੁਰ ਚਾਲੀ, ਤੁਹਾਡੀ ਦੱਸੀ ਹੋਈ ਚਾਲ ਤੇ ਕਿਵੇਂ ਤੁਰ ਸਕਨੇ ਆ। ਸਾਹਿਬ ਕਹਿੰਦੇ ਸਤਿਗੁਰ ਦਇਆ ਕਰੇ ਸੁਖ ਦਾਤਾ। ਜੇ ਸਤਿਗੁਰੂ ਨੂੰ ਦਇਆ ਆ ਜਾਏ ਨਾ, ਤਰਸ ਆ ਜਾਏ ਉਸ ਸਿੱਖ ਤੇ, ਫਿਰ ਉਹ ਕੀ ਕਰਦਾ? ਕਹਿੰਦੇ ਹਮ ਲਾਵਹਿ ਆਪਣ ਪਾਲੀ। ਉਹ ਆਪਣੇ ਪੱਲੇ ਨਾਲ ਸਿੱਖ ਨੂੰ ਜੋੜ ਲੈਂਦਾ, ਪੱਲੇ ਨਾਲ ਬੰਨ੍ਹ ਕੇ ਫਿਰ ਉਪਦੇਸ਼ ਦਿੰਦਾ ਹੈ। ਉਪਦੇਸ਼ ਕਿਹੜਾ ਹੈ? ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹੋਰ ਉਪਦੇਸ਼ ਦਿੰਦਾ ਗੁਰੂ, ਕੀ ਕਹਿੰਦਾ? ਕਹਿੰਦੇ ਹਰ ਕੇ ਸੰਤ ਜਪੋ ਹਰ ਜਪਣਾ।
ਤੁਸੀਂ ਰੱਬ ਦਾ ਨਾਮ ਜਪੋ। ਗੁਰੂ ਇਹ ਉਪਦੇਸ਼ ਬਖਸ਼ਿਸ਼ ਕਰਦਾ, ਗੁਰ ਸੇਵੇ ਹੋ ਬੇਗ ਬੇਗਾਲੀ। ਬੇਗ ਬੇਗਾਲੀ ਦਾ ਅਰਥ ਹੈ ਕਾਹਲੀ ਨਾਲ, ਜਲਦੀ ਜਲਦੀ ਕਰ ਲਓ ਇਹ ਕੰਮ, ਕਿਉਂਕਿ ਜੋ ਅੱਜ ਦੀ ਸ਼ਾਮ ਗਈ ਸੋ ਗਈ, ਉਹ ਮੁੜ ਕੇ ਨਹੀਂ ਆਵੇਗੀ। ਨਿਕਲ ਗਿਆ ਹੱਥੋਂ ਟਾਈਮ। ਵੇਗਦਾਰ ਤੇ ਵੇਗ ਨਾਲ, ਜਲਦੀ ਨਾਲ, ਕਾਹਲੀ ਨਾਲ ਸੋਚਦਾ ਰਹਿੰਦਾ ਮਨੁੱਖ, ਕਰਾਂਗੇ, ਵੇਖਾਂਗੇ, ਹੋਵੇਗਾ, ਅੱਗੇ ਅੱਗੇ ਪਾਈ ਜਾਂਦਾ, ਅੱਗੇ ਅੱਗੇ ਕਰੀ ਜਾਂਦਾ। ਜਿੱਦਣ ਹੋਇਆ ਉਸੇ ਟਾਈਮ ਹੀ ਹੁੰਦਾ ਹੈ, ਸੋਚਣ ਨਾਲ ਕਦੀ ਕੁਝ ਨਹੀਂ ਵਾਪਰਦਾ। ਧਰਮ ਦਾ ਯੋਜਨਾ ਨਾਲ ਸੰਬੰਧ ਨਹੀਂ ਹੈ। ਧਰਮ ਕਦੀ ਆਯੋਜਿਤ ਨਹੀਂ ਕੀਤੇ ਜਾਂਦੇ, ਯੋਜਨਾ ਤਹਿਤ ਨਹੀਂ ਹੁੰਦੇ। ਉਹਦੀ ਰਹਿਮਤ ਦਾ ਪਤਾ ਹੀ ਨਹੀਂ ਕਿ ਜ਼ਰੂਰੀ ਨਹੀਂ ਅਸੀਂ ਪੂਰੇ ਇਸ਼ਨਾਨ ਕਰਕੇ ਬੈਠੇ ਹਾਂ ਕਿ ਵਸਤਰ ਸਾਰੇ ਸਾਫ਼, ਕਿ ਪੂਰੀ ਚੌਂਕੜਾ ਲੱਗਾ ਕਿ ਉਦੋਂ ਹੀ ਰਹਿਮਤ ਕਰੇਗਾ। ਕੀ ਪਤਾ ਕਿੱਥੇ ਕਰਦਾ ਹੈ, ਕਿਸ ਮੋੜ ਤੇ। ਇਸ ਕਰਕੇ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਬਈ ਮੈਂ ਹੁਣ ਕੀ ਕਰਾਂ। ਕੋਈ ਜਗਿਆਸੂ, ਕੋਈ ਧਾਰਮਿਕ ਵਿਅਕਤੀ ਪੁੱਛਣ ਆਇਆ, ਜਿਹਨੂੰ ਤੋਰਿਆ ਸੀ ਉਹਨਾਂ ਨੇ ਕਿਹਾ ਤੂੰ ਹੁਣ ਇੱਕ ਕੰਮ ਕਰੇ, ਕਿਉਂਕਿ ਉਹ ਸੰਤ ਨੇ, ਉਹ ਗੁਰਮੁਖ ਨੇ, ਉਹਨਾਂ ਨੂੰ ਪਤਾ ਹੁਣ ਇਹਦੀ ਦਸ਼ਾ ਕਿਹੜੀ। ਉਹਨੇ ਕਿਹਾ ਹੁਣ ਯਤਨ ਕਰ ਵੀ 24 ਘੰਟੇ ਤੂੰ ਕਦੀ ਵੀ ਸਮੀ ਨਾ, ਉਡੀਕ ਕਰ, ਉਹਦਾ ਰਸਤਾ ਵੇਖ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ। ਧਿਆਨ ਦੇਣਾ, ਕਥਾ ਸੁਣ ਕੇ ਕਿਤੇ ਸੌਣਾ ਬੰਦ ਨਾ ਕਰ ਦੇਣਾ। ਧਰਮ ਦੇ ਵਿੱਚ ਇਹ ਤੇ ਨੁਕਸ ਹੈ, ਸਟੇਜਾਂ ਤੋਂ ਲੋਕ ਸੁਣ ਕੇ ਕੰਮ ਕਰਨ ਲੱਗ ਪੈਂਦੇ ਨੇ। ਉਹ ਹੁੰਦਾ ਕਿਸੇ ਹੋਰ ਲਈ, ਇਹ ਕਰਨ ਕੋਈ ਹੋਰ ਲੱਗ ਪੈਂਦਾ। ਫਿਰ ਕਹਿੰਦੇ ਨੇ ਕਿਵੇਂ ਹੋਇਆ, ਕੀ ਹੋ ਗਿਆ। ਉਹ ਕਿਸੇ ਖਾਸ ਵਿਅਕਤੀ ਨੂੰ ਕਹਿ ਰਹੇ ਨੇ, ਕਬੀਰ ਸਾਹਿਬ ਜਿਨਨੇ ਕਈ ਸਾਲ ਇਸ ਦੁਨੀਆ ਵਿੱਚ ਗੁਜ਼ਾਰ ਦਿੱਤੇ ਨੇ, ਉਹਨੂੰ ਕਹਿ ਰਹੇ ਨੇ ਹੁਣ ਕਿਸੇ ਦਿਨ ਵੀ ਪਰਮਾਤਮਾ ਤੇਰੇ ਦਰਵਾਜ਼ੇ ਨੂੰ ਖੜਕਾ ਸਕਦਾ, ਬਹੁਤ ਨੇੜੇ ਹੈ ਤੂੰ। ਹੁਣ ਤੂੰ ਕੋਈ ਛਣ, ਕੋਈ ਵੀ ਪਲ ਗਵਾਈ ਨਾ। ਕਿਤੇ ਤੂੰ ਸੌਂ ਗਿਆ, ਗਾਫਲ ਹੋ ਗਿਆ। ਸੌਣ ਦਾ ਅਰਥ ਮਨ ਦਾ ਵਿਚਾਰਾਂ ਵਿੱਚ ਪੈ ਜਾਣਾ। ਅਗਲੀ ਗੱਲ ਮੈਂ ਕਹਿ ਦਿਆਂ, ਹੁਣ ਸਮੀ ਨਾ ਕਿ ਕਿਤੇ ਉਹ ਤੇਰੇ ਦਰਵਾਜ਼ੇ ਨੂੰ ਖੜਕਾਏ, ਤੂੰ ਸੁੱਤਾ ਹੋਵੇਂ, ਉਹ ਖੜਕਾ ਕੇ ਚਲਾ ਜਾਏਗਾ, ਪਤਾ ਨਹੀਂ ਫਿਰ ਕਿੰਨੇ ਜਨਮ ਫਿਰ ਲੱਗ ਜਾਣ ਆਉਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਵਿੱਚ ਪਰ ਉਪਕਾਰ ਦੀ ਭਾਵਨਾ ਜਾਗ ਪੈਂਦੀ ਹੈ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿਮਰਨ ਕਰਨ ਵਾਲਿਆਂ ਤੋਂ ਬਲਿਹਾਰ ਜਾਂਦੇ ਹਨ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਮੁਖ ਤੇ ਇੱਕ ਸੁਹਾਵਣਾਪਣ, ਇੱਕ ਇਸ਼ਨਾਨ, ਇੱਕ ਸ਼ੁੱਧਤਾ ਰਹਿੰਦੀ ਹੈ, ਚੜ੍ਹਦੀ ਕਲਾ ਰਹਿੰਦੀ ਹੈ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦਾ ਜੀਵਨ ਸੁਖ ਸਹਿਤ ਬਿਹਾਵੈ, ਲੰਘਦਾ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਨੇ ਆਪਣੇ ਆਤਮ ਨੂੰ ਜਿੱਤ ਲਿਆ। ਇੱਥੇ ਆਤਮ ਜਿੱਤਣ ਦਾ ਮਤਲਬ ਕੀ ਹੈ? ਆਤਮ ਜਿੱਤਣ ਦਾ ਮਤਲਬ ਹੈ ਸਮੂਹ ਵਿਕਾਰਾਂ ਨੂੰ। ਨਹੀਂ ਤੇ ਆਪਾਂ ਇੱਕ ਵਿਕਾਰ ਨੂੰ ਜਿੱਤਨੇ ਆ, ਦੂਜਾ ਆ ਜਾਂਦਾ, ਦੂਸਰਾ ਤੇ ਤੀਸਰਾ ਆ ਗਿਆ। ਜੇ ਕ੍ਰੋਧ ਨਹੀਂ ਕਰਦੇ ਤੇ ਲੋਭ ਬੜਾ ਹੈ, ਜੇ ਲੋਭ ਛੱਡਦੇ ਆ ਤੇ ਹੰਕਾਰ ਬਹੁਤ ਜ਼ਿਆਦਾ ਹੈ। ਜਦੋਂ ਆਤਮ ਜਿੱਤਣ ਦੀ ਗੱਲ ਆਵੇਗੀ ਉਹਦੇ ਅਰਥ ਹੋਣਗੇ ਕਿ ਇੱਕੋ ਵਕਤ ਸਾਰੇ ਵਿਕਾਰਾਂ ਨੂੰ ਕੰਟਰੋਲ ਕਰ ਲੈਣਾ। ਉਹਨਾਂ ਨੇ ਆਤਮ ਨੂੰ ਜਿੱਤ ਲਿਆ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਸਹਿਬ ਅੱਗੇ ਬਚਨ ਕੀਤੇ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਸੰਸਾਰਿਕ ਤੌਰ ਤੇ ਵਿਚਰਨ ਦੀਆਂ ਰੀਤਾਂ, ਉਹਨਾਂ ਦੇ ਜੀਵਨ ਦੀ ਕਲਾ ਪਵਿੱਤਰ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਨੇਰੇ ਆਨੰਦ ਦਾ ਮਤਲਬ ਹੈ ਗੂੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ। ਸਿਮਰਨ ਹੀ ਇੱਕ ਐਸੀ ਕਲਾ ਹੈ ਜਿਹਦੇ ਰਾਹੀਂ ਮਨੁੱਖ ਵਾਹਿਗੁਰੂ ਦੇ ਬਿਲਕੁਲ ਨੇੜੇ ਰਹਿਣ ਲੱਗ ਪੈਂਦਾ ਹੈ। ਸਿੱਧਾ ਸੋਚਣ ਨਾਲ ਨਹੀਂ। ਕੋਈ ਸਾਰੀ ਉਮਰ ਸੋਚਦਾ ਰਹੇ ਮੈਂ ਇੱਥੇ ਹਾਂ, ਰੱਬ ਮੇਰੇ ਕੋਲ, ਇਹ ਇੱਕ ਮਿਥਿਆ ਗਿਆਨ ਆਪਣੇ ਦੁਆਰਾ ਬਣਾਇਆ। ਪਰ ਸਿਮਰਨ ਇੱਕ ਐਸੀ ਕਨੈਕਸ਼ਨ ਕਰਨ ਦੀ ਇੱਕ ਦਸ਼ਾ ਹੈ ਜਿਹੜੀ ਮਨੁੱਖ ਨੂੰ ਨੇੜੇ ਖਿੱਚ ਕੇ ਲੈ ਕੇ ਜਾਂਦੀ। ਇਸ ਲਈ ਕਹਿੰਦੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਹਜ਼ੂਰ ਕਹਿੰਦੇ ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਗੁਰੂ ਕਿਰਪਾ ਦੁਆਰਾ, ਗੁਰਮੁਖਾਂ ਦੀ ਸੰਗਤ ਕਰਕੇ, ਸਾਧੂਆਂ ਦੀ ਸੰਗਤ ਦੁਆਰਾ ਮਨੁੱਖ ਦਾ ਮਨ ਦਿਨ ਰਾਤ ਇੱਕ ਜਾਗਰਤ ਦਸ਼ਾ ਵਿੱਚ ਰਹਿੰਦਾ ਹੈ, ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਔਰ ਇਹ ਸਿਮਰਨ ਦੀ ਦਾਤ ਪੂਰੇ ਭਾਗ ਦੁਆਰਾ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਅੰਦਰ ਭਾਗ ਨਹੀਂ ਉਹਨਾਂ ਚਿਰ ਅੰਦਰ ਨਾਮ ਟਿਕਦਾ ਨਹੀਂ। ਪੂਰਨ ਭਾਗ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਤੁਸੀਂ ਵੇਖੋਗੇ ਅਸੀਂ ਸਾਰੀ ਜ਼ਿੰਦਗੀ ਸੋਚਦੇ ਹਾਂ ਕੰਮ ਮੁਕਾ ਦੇਣੇ ਨੇ, ਕੰਮ ਮੁਕਾ ਦੇਣੇ ਨੇ, ਅਗਲੇ ਸਾਲ ਸਭ ਕਰ ਦੇਣਾ। ਪਹਿਲਾਂ ਆਪਣੇ ਬੱਚਿਆਂ ਨੂੰ ਸੈੱਟ ਕਰਦਾ ਮਨੁੱਖ, ਫਿਰ ਅੱਗੋਂ ਉਹਨਾਂ ਦੀ ਔਲਾਦ, ਫਿਰ ਉਹਨਾਂ ਦੀ, ਪਰ ਕਿਤੇ ਵੀ ਜਾ ਕੇ ਸੰਤੁਸ਼ਟੀ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਭਾਵੇਂ ਇਹ ਕੰਮ ਕਰਦਾ ਵੀ ਰਹਿੰਦਾ ਹੈ, ਇਹ ਯਤਨ ਕਰਦਾ ਵੀ ਰਹਿੰਦਾ ਹੈ, ਪਰ ਉਹਦੇ ਅੰਦਰ ਇੱਕ ਅਹਿਸਾਸ ਬਣਿਆ ਰਹਿੰਦਾ ਹੈ ਕਿ ਮੇਰਾ ਕੰਮ ਪੂਰਾ ਹੋ ਚੁੱਕਾ ਹੈ। ਉਹ ਕਿਸੇ ਝੋਰੇ ਵਿੱਚ ਨਹੀਂ ਰਹਿੰਦਾ, ਚਿੰਤਾ ਵਿੱਚ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਉਹਦੇ ਗੁਣ ਗਾਉਣ ਵਾਲੀ ਬਾਣੀ ਦੀ ਪ੍ਰਾਪਤੀ ਹੁੰਦੀ, ਭਾਵ ਉਹਦੀ ਉਸਤਤ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ। ਔਰ ਉਸ ਗੁਰਮੁਖ ਦੀ ਜਿਹੜੀ ਸਿਮਰਤੀ ਹੈ, ਬਿਰਤੀ ਹੈ, ਉਹ ਸਹਿਜ ਵਿੱਚ ਸਮਾ ਜਾਂਦੀ ਸਿਮਰਨ ਦੁਆਰਾ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਨਿਹਚਲ ਆਸਣ। ਆਸਣ ਕਹਿੰਦੇ ਨੇ ਬਹਿਣ ਨੂੰ। ਜਿਵੇਂ ਆਪਾਂ ਬੈਠਦੇ ਆ ਨਾ, ਨਿਹਚਲ ਨਹੀਂ ਬੈਠ ਸਕਦੇ, ਸਰੀਰ ਨਹੀਂ ਟਿਕਦਾ। ਜਿਹੜੇ ਗੁਰਮੁਖ ਸਿਮਰਨ ਕਰਦੇ ਨੇ ਉਹਨਾਂ ਦਾ ਆਸਣ ਨਿਹਚਲ ਹੋ ਜਾਂਦਾ ਹੈ, ਬਹੁਤ ਜ਼ਿਆਦਾ ਟਿਕ ਜਾਂਦਾ ਹੈ। ਜਿਵੇਂ ਕਈ ਗੁਰਮੁਖਾਂ ਦੇ ਜੀਵਨ ਪੜ੍ਹੀਦੇ ਨੇ ਕਿ ਉਹ ਜਿਉਂ ਬੈਠਦੇ ਨੇ ਸਾਰਾ ਦਿਨ ਉਹਨਾਂ ਨੂੰ ਉੱਠਣਾ ਨਹੀਂ ਪੈਂਦਾ, ਧਿਆਨ ਲੱਗ ਜਾਂਦਾ। ਅਸੀਂ ਕਈ ਵਾਰੀ ਉਹਨਾਂ ਦੀ ਰੀਸ ਵਿੱਚ ਆਪ ਧੱਕੇ ਨਾਲ ਆਪਣੇ ਗੋਡੇ ਫੜ ਕੇ ਦੱਬ ਕੇ ਬੈਠੇ ਰਹਿੰਦੇ, ਇਹ ਹੋਰ ਚੀਜ਼ ਹੈ। ਉਹ ਐਸੇ ਆਨੰਦ ਵਿੱਚ ਬਹਿੰਦੇ ਨੇ ਕਿ ਪਰਤ ਕੇ ਉਹਨਾਂ ਦਾ ਸਰੀਰ ਕਹਿੰਦੇ ਹੀ ਨਹੀਂ ਵੀ ਇੱਥੋਂ ਉੱਠਣਾ ਚਾਹੀਦਾ। ਇੰਨੇ ਆਨੰਦ ਵਿੱਚ ਥਕਾਵਟ ਤੋਂ ਰਹਿਤ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ ਨਿਹਚਲ ਆਸਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਸਾਡੇ ਅੰਦਰ ਇੱਕ ਮਾਨੋ ਕਮਲਵਤ ਇੱਕ ਵਸਤੂ ਹੈ, ਜਿਵੇਂ ਕਮਲ ਖਿੜਦਾ ਇਸ ਤਰ੍ਹਾਂ ਬੰਦੇ ਦਾ ਜੀਵਨ ਸਿਮਰਨ ਦੇ ਨਾਲ ਖਿੜ ਜਾਂਦਾ ਹੈ, ਸੁਗੰਧੀ ਆਉਣ ਲੱਗ ਪੈਂਦੀ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਅਕਾਲ ਪੁਰਖ ਦੇ ਸਿਮਰਨ ਦੀ ਇੱਕ ਐਸੀ ਦਸ਼ਾ ਹੈ ਜਿੱਥੇ ਜਾ ਕੇ ਅਨਹਦ ਚੁਨਕਾਰ, ਇੱਕ ਐਸੀ ਧੁਨ ਸੁਣਨ ਨੂੰ ਮਿਲਦੀ ਹੈ ਜਿਹਦੇ ਵਿੱਚ ਜਿਹਦੀ ਕੋਈ ਹੱਦ ਨਹੀਂ, ਜਿਹਦਾ ਕੋਈ ਅੰਤ ਨਹੀਂ, ਔਰ ਉਸ ਸੁਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ। ਪਰ ਸਿਮਰਨ ਉਹ ਹੀ ਮਨੁੱਖ ਕਰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਮਿਆ ਹੁੰਦੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਮਨੁੱਖਾਂ ਦੀ, ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿੰਨੇ ਵੀ ਭਗਤ ਪ੍ਰਗਟ ਹੋਏ ਨੇ ਉਹ ਸਿਮਰਨ ਦੀ ਬਰਕਤ ਨਾਲ ਪ੍ਰਗਟ ਹੋਏ ਨੇ। ਉਹਨਾਂ ਨੇ ਕਿਤੇ ਨਾ ਕਿਤੇ ਬੰਦਗੀ ਕੀਤੀ, ਸਿਮਰਨ ਕੀਤਾ, ਤੇ ਸਿਮਰਨ ਉਹਨਾਂ ਨੂੰ ਪ੍ਰਗਟ ਕਰਕੇ ਉਹ ਆਪ ਇੱਛਾ ਅਨੁਸਾਰ ਪ੍ਰਗਟ ਨਹੀਂ ਹੋਏ, ਪਰਮਾਤਮਾ ਨੇ ਉਹਨਾਂ ਨੂੰ ਸਾਹਮਣੇ ਲੈ ਆਂਦਾ। ਹਰ ਸਿਮਰਨ ਲਗ ਬੇਦ ਉਪਾਏ। ਅੱਜ ਤੱਕ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਦੇ ਸਾਰੇ ਸਿਮਰਨ ਕਰਨ ਵਾਲਿਆਂ ਦੇ ਦੁਆਰਾ ਹੀ ਪ੍ਰਗਟ ਕੀਤੇ ਗਏ ਹਨ। ਹਰ ਸਿਮਰਨ ਭੈ ਸਿੱਧ ਜਤੀ ਦਾਤੇ। ਜਿੰਨੇ ਸਿੱਧ ਜਤੀ ਔਰ ਉੱਚੇ ਜੀਵਨ ਵਾਲੇ ਦਾਨੀ ਲੋਕ ਹੋਏ ਨੇ ਇਹ ਸਭ ਸਿਮਰਨ ਦੀਆਂ ਬਰਕਤਾਂ ਦੁਆਰਾ ਪੈਦਾ ਹੋਏ। ਹਰ ਸਿਮਰਨ ਨੀਚ ਚਹੁ ਕੁੰਟ ਜਾਤੇ।
ਜਿਹੜੇ ਬਿਲਕੁਲ ਨੀਚ ਸਨ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹ ਚੌਹਾਂ ਪਾਸਿਆਂ ਵਿੱਚ ਮਸ਼ਹੂਰ ਹੋਏ ਜਾਣਕਾਰੀ ਦੇ ਕਾਰਨ। ਇਹ ਸਭ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਹਨ। ਫਿਰ ਕਹਿੰਦੇ ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਧਰਨਾ ਦੇ ਅਰਥ ਹੈ ਧਰਤੀ। ਇਹ ਸਾਰੀ ਧਰਤੀ ਵੀ ਸਿਮਰਨ ਦੁਆਰਾ ਹੀ ਟਿਕੀ ਹੋਈ ਹੈ। ਇਹ ਸਿਮਰਨ ਦੀ ਬਰਕਤ ਨਾਲ ਹੀ ਖੜੀ ਹੋਈ ਹੈ। ਐਸੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਹੈ, ਜੋ ਆਪ ਵੀ ਕਰ ਸਕਦਾ ਹੈ ਤੇ ਕਿਸੇ ਤੋਂ ਕਰਾ ਵੀ ਸਕਦਾ ਹੈ। ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਨਾਮ ਦੇ ਵਿੱਚੋਂ ਹੀ ਇਹ ਸਾਰਾ ਆਕਾਰ ਪ੍ਰਗਟ ਹੋਇਆ ਹੈ ਔਰ ਸਿਮਰਨ ਦੇ ਵਿੱਚ ਆਪ ਨਿਰੰਕਾਰ ਦਾ ਨਿਵਾਸ ਹੁੰਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਿਰਪਾ ਕਰਕੇ ਜਿਸ ਦੇ ਸਿਰ ਤੇ ਹੱਥ ਰੱਖਦੇ ਨੇ ਸਤਿਗੁਰੂ, ਉਸ ਨੂੰ ਇਹ ਸਿਮਰਨ ਦੀ ਦਾਤ ਦਾ ਬੁਝਾਰਤ ਬੁਝਾਉਂਦੇ ਹਨ ਔਰ ਗੁਰੂ ਦੀ ਕਿਰਪਾ ਨਾਲ ਉਹ ਸਿਮਰਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ ਹੈ। ਆਓ 1-2 ਮਿੰਟ ਵਾਸਤੇ ਸਿਮਰਨ ਵਿੱਚ ਨਾਮ ਵਿੱਚ ਜੁੜੀਏ, ਫਿਰ ਸਮਾਪਤੀ ਵੱਲ ਤੁਰਾਂਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ